ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਵੈ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਾਹੁਰ ਨਾ ਹੋਏ ਗੁਫੇਰਾ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਸੁਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ। ਸਿਫਤ ਖਸਮ ਦੀ ਡੋਰ ਅਰਸੋਂ ਕੁਰਸੋਂ ਚਟੀਐ। ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਧੇ ਕਰਮ ਕਮਾਏ ਸ਼ਬਦ ਸਿਉ ਚਿਤ ਨਾ ਲਾਵਈ। ਜਿਤ ਸੁਖ ਵਸੈ ਮਨ ਆਏ। ਤਾਮਸ ਲੱਗਾ ਸਦਾ ਫਿਰੈ ਐਨਸ ਜਲਤ ਬਿਹਾਏ। ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਅੰਧੇ ਕਰਮ ਕਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਸ਼ੋਭਿਤ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਮਿਲ ਕਰਕੇ ਬੈਠਦਿਆਂ ਹੋਇਆਂ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਔਰ ਨਿਤਨੇਮ ਦੇ ਰੂਪ ਦੇ ਵਿੱਚ ਸਰਵਣ ਕੀਤੀ ਹੈ। ਇਸ ਵੇਲੇ ਸਤਿਗੁਰਾਂ ਦੀ ਲੜੀਵਾਰ ਗੁਰਬਾਣੀ ਦੀ ਕਥਾ ਆਪਾਂ ਸਰਵਣ ਕਰਨ ਵਾਸਤੇ ਇਕੱਤਰਤ ਹੋਏ ਹਾਂ। ਜੋ ਅਸੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਅੱਖਰ ਦਰ ਅੱਖਰ ਸ਼ਬਦ ਦਰ ਸ਼ਬਦ ਲਗਾਤਾਰ ਆਪਾਂ ਇਸ ਗੁਰਬਾਣੀ ਨੂੰ ਸਰਵਣ ਕਰਕੇ ਮੁਕਤੀ ਦੇ ਦਰ ਦੇ ਉੱਪਰ ਪਹੁੰਚਣ ਵਾਸਤੇ ਉਸ ਦਰ ਦੀਆਂ ਪੌੜੀਆਂ ਚੜ੍ਹਦੇ ਪਏ ਹਾਂ, ਜਿਸ ਦਰ 'ਤੇ ਜਾ ਕੇ ਅਸੀਂ ਮੁਕਤ ਹੋਣਾ ਹੈ। ਵੱਡੇ ਭਾਗ ਪ੍ਰਾਪਤ ਹੋਏ ਨੇ ਜੋ ਸਤ ਸੰਗਤ ਸਾਨੂੰ ਮਿਲੀ ਹੈ ਔਰ ਗੁਰੂ ਦੀ ਬਾਣੀ ਸਰਵਣ ਕਰਨ ਵਾਸਤੇ ਪਹੁੰਚੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਸ਼ਲੋਕ ਆਪਾਂ ਗੁਰੂ ਅਮਰਦਾਸ ਮਹਾਰਾਜ ਦਾ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਸਾਡੀ ਝੋਲੀ ਵਿੱਚ ਬਚਨ ਪਾ ਰਹੇ ਨੇ। ਕਹਿਣ ਲੱਗੇ ਬਿਨ ਸਤਿਗੁਰ ਭੇਟੇ, ਭੇਟੇ ਭਾਵ ਕੇ ਮਿਲੇ। ਜਿੰਨਾ ਚਿਰ ਤੁਸੀਂ ਗੁਰੂ ਨੂੰ ਨਹੀਂ ਨਾ ਮਿਲਦੇ ਉਹਨਾਂ ਚਿਰ ਇਹ ਸਾਰਾ ਸੰਸਾਰ ਅੰਨਾ ਹੀ ਹੈ, ਅੰਨ ਵਿੱਚ ਹੀ ਲੱਗਾ ਹੋਇਆ। ਅੰਨੇ ਲੋਕ ਇੱਕ ਦੂਜੇ ਦੇ ਮਗਰ ਲੱਗ ਕੇ ਕਰਮਾਂ ਦੇ ਵਿੱਚ ਲੱਗੇ ਹੋਏ। ਫਲਾਣੇ ਦੇ ਘਰ ਦੇ ਵਿੱਚ ਵਿਆਹ ਸੀ, ਉੱਥੇ ਇਹ ਕਰਮ ਹੋਇਆ, ਇਸ ਤਰ੍ਹਾਂ ਕੀਤਾ, ਮੈਂ ਵੀ ਉਸੇ ਤਰ੍ਹਾਂ ਕਰਾਂਗਾ। ਫਲਾਣੇ ਦੇ ਘਰ ਵਿੱਚ ਮੌਤ ਸੀ, ਉਹਨਾਂ ਨੇ ਉਸ ਵੇਲੇ ਇਸ ਤਰ੍ਹਾਂ ਕੀਤਾ, ਮੈਂ ਵੀ ਇਸੇ ਤਰ੍ਹਾਂ ਕਰਾਂਗਾ। ਇਹ ਮੇਰੇ ਨਾਲ ਗੁੱਸੇ ਹੈ, ਇਹ ਮੇਰੇ ਨਾਲ ਰਾਜੀ ਹੈ, ਇੱਥੇ ਮੈਂ ਕੁਝ ਦੇਣਾ ਹੈ, ਇੱਥੋਂ ਕੁਝ ਲੈਣਾ ਹੈ। ਇਹ ਸੰਸਾਰ ਦੀ ਰੀਤੀ ਹੈ ਅਤੇ ਦੁਨੀਆ ਕੇਵਲ ਇੱਥੋਂ ਤੱਕ ਹੀ ਜਿਉਣਾ ਜਾਣਦੀ ਹੈ। ਜਿਉਣਾ ਸਾਨੂੰ ਇੱਥੋਂ ਤੱਕ ਹੀ ਆਉਂਦਾ ਹੈ। ਕਿਹਨੂੰ ਕੀ ਦੇਣਾ ਹੈ, ਕਿਹਦੇ ਤੋਂ ਕੀ ਲੈਣਾ ਹੈ, ਕਿਹੜਾ ਕੰਮ ਕਿਵੇਂ ਕਰਨਾ ਹੈ, ਇਸੋਂ ਤੱਕ ਸਾਡੀ ਮੱਤ ਸੀਮਤ ਹੈ। ਇੱਥੋਂ ਅੱਗੇ ਸਾਨੂੰ ਗਿਆਨ ਨਹੀਂ, ਸੋਝੀ ਨਹੀਂ। ਕਿਉਂਕਿ ਜਿਨ੍ਹਾਂ ਵੱਲ ਵੇਖ ਕੇ ਅਸੀਂ ਸਿੱਖਣਾ ਹੈ ਉਹਨਾਂ ਨੂੰ ਆਪ ਨੂੰ ਇਸੇ ਗੱਲ ਦਾ ਗਿਆਨ ਨਹੀਂ ਵੀ ਦੁਨੀਆ ਵਿੱਚ ਮੈਂ ਕਾਹਦੇ ਵਾਸਤੇ ਆਇਆ। ਸਾਨੂੰ ਗੁਰੂ ਨਾਨਕ ਸਾਹਿਬ ਜੀਆਂ ਨੇ ਤਾਂ ਇਹ ਸਤ ਸੰਗਤ ਵਾਸਤੇ ਪ੍ਰੇਰਿਆ ਹੈ ਕਿ ਸੰਗਤ ਵਿੱਚ ਆ ਕੇ ਇਸ ਗੱਲ ਦੀ ਸੋਝੀ ਹੁੰਦੀ ਹੈ, ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਅਸਲ ਵਿੱਚ ਜੀਵਨ ਵਿੱਚ ਕਰਨਾ ਕੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਜਿਹੜੇ ਵੀ ਦੇਸ਼ ਵਿੱਚ ਜਾਂਦੇ ਸਨ, ਜਿਹੜੇ ਇਲਾਕੇ 'ਚ ਜਾਂਦੇ ਸਨ, ਅਤੇ ਜਿਹੜੀਆਂ ਸੰਗਤਾਂ ਨੇ ਮਹਾਰਾਜ ਦੇ ਕੋਲ ਆਉਣਾ ਅਤੇ ਸਤਿਗੁਰਾਂ ਨੇ ਕਹਿਣਾ ਵੀ ਆਪਣੇ ਨਗਰ ਦੇ ਵਿੱਚ ਇੱਕ ਸਾਂਝੀ ਥਾਂ 'ਤੇ ਧਰਮਸ਼ਾਲਾ ਬਣਾਓ। ਕਿਉਂਕਿ ਸੰਸਾਰ ਦੇ ਲੋਕ ਦੂਜੇ ਦੇ ਘਰ ਤੋਂ ਜਾਣ ਤੋਂ ਨਫ਼ਰਤ ਕਰਦੇ ਨੇ, ਗਲਾਨ ਕਰਦੇ ਨੇ ਵੀ ਮੈਨੂੰ ਉਹਨੇ ਕਿਹਾ ਨਹੀਂ ਅਤੇ ਮੈਂ ਕਿਉਂ ਜਾਵਾਂ। ਪਰ ਸਾਂਝੀ ਥਾਂ 'ਤੇ ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ, ਸਾਰੇ ਆਪੋ ਆਪਣਾ ਹੱਕ ਸਮਝ ਕੇ ਤਾਂ ਉੱਥੇ ਆ ਜਾਂਦੇ। ਅਤੇ ਸਤਿਗੁਰੂ ਕਹਿਣ ਲੱਗੇ ਭਾਈ ਇੱਕ ਧਰਮਸ਼ਾਲਾ ਬਣਾਓ, ਇੱਥੇ ਬੈਠ ਕੇ ਨਾ ਨਾਮ, ਸਾਰਾ ਪਿੰਡ ਸਾਰਾ ਇਲਾਕਾ ਇੱਥੇ ਬੈਠ ਕੇ ਨਾਮ ਜਪਿਆ ਕਰੋ। ਅਤੇ ਜਦੋਂ ਕੋਈ ਸੰਤ ਮਹਾਤਮਾ ਤੁਹਾਡੇ ਨਗਰ ਆ ਜਾਵੇ ਤਾਂ ਉਹਨੂੰ ਇੱਥੇ ਟਿਕਾਇਆ ਕਰੋ ਇਸ ਧਰਮਸਾਲ ਦੇ ਅੰਦਰ, ਅਤੇ ਉਹਨੂੰ ਆਖਿਆ ਕਰੋ ਵੀ ਭਾਈ ਤੁਹਾਨੂੰ ਰੱਬ ਦੀ ਕੋਈ ਗੱਲ ਸੁਣਾਵੇ, ਤਾਂ ਕਿ ਤੁਹਾਨੂੰ ਸੰਸਾਰ ਦੇ ਵਿੱਚੋਂ ਉੱਠ ਕੇ ਨਿਰੰਕਾਰ ਦੀ ਕੋਈ ਸੋਝੀ ਹੋਵੇ, ਕੁਝ ਗਿਆਨ ਹੋਵੇ ਵੀ ਮੈਂ ਕਾਹਦੇ ਵਾਸਤੇ ਦੁਨੀਆ 'ਤੇ ਆਇਆ। ਇਹ ਸਤਿਗੁਰਾਂ ਨੇ ਧਰਮਸ਼ਾਲਾ ਤਾਂ ਬਣਵਾਈਆਂ ਸਨ ਅਤੇ ਅੱਜ ਸਾਡੇ ਕੋਲ ਗੁਰੂ ਘਰ ਇਸੇ ਵਾਸਤੇ ਨੇ। ਇੱਥੇ ਕੀਰਤਨ ਔਰ ਕਥਾ ਨੂੰ ਅਸੀਂ ਸਰਵਣ ਕਰਦੇ ਹਾਂ, ਇਹ ਸਮਝਣ ਵਾਸਤੇ, ਇਹ ਸੋਝੀ ਲੈਣ ਵਾਸਤੇ, ਇਹ ਗਿਆਨ ਲੈਣ ਵਾਸਤੇ ਵੀ ਮੈਂ ਦੁਨੀਆ ਵਿੱਚ ਆ ਕੇ ਕਰਨਾ ਕੀ ਹੈ, ਮੈਂ ਆਇਆ ਕਾਹਦੇ ਵਾਸਤੇ ਹਾਂ ਸੰਸਾਰ ਦੇ ਵਿੱਚ। ਅਤੇ ਜੇ ਆਪਾਂ ਸੰਸਾਰ ਦੇ ਲੋਕਾਂ ਦੇ ਵੱਲ, ਪਰਿਵਾਰਾਂ ਵੱਲ ਹੀ ਵੇਖੀ ਗਏ ਨਾ, ਫਿਰ ਸਾਨੂੰ ਇੰਨਾ ਗਿਆਨ ਤਾਂ ਹੋ ਜਾਏਗਾ ਵੀ ਕਿਸੇ ਨਾਲ ਵਰਤਣਾ ਕਿਵੇਂ ਹੈ, ਕਿਸੇ ਨਾਲ ਬੋਲਣਾ ਕਿਵੇਂ ਹੈ, ਕਿਸੇ ਨੂੰ ਕੀ ਦੇਣਾ, ਕਿਸੇ ਨੂੰ ਕੀ ਲੈਣਾ। ਪਰ ਜਿਸ ਕੰਮ ਵਾਸਤੇ ਆਏ ਹਾਂ ਉੱਧਰੋਂ ਅੰਨੇ ਹੀ ਰਹਿ ਜਾਵਾਂਗੇ, ਉੱਧਰ ਗਿਆਨ ਕੋਈ ਨਹੀਂ ਹੋਵੇਗਾ, ਉੱਧਰੋਂ ਬਿਲਕੁਲ ਸਾਡੀ ਕਹਾਣੀ ਖਤਮ ਹੋ ਜਾਏਗੀ। ਤਾਂ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ। ਕਹਿਣ ਲੱਗੇ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਜਿੰਨਾ ਚਿਰ ਗੁਰੂ ਨੂੰ ਨਹੀਂ ਨਾ ਮਿਲਦਾ ਆ ਕੇ, ਉਹਨਾਂ ਚਿਰ ਸੰਸਾਰ ਦੇ ਲੋਕੀ ਅੰਨੇ ਨੇ। ਅੰਨੇ ਦੀ ਬਾਂਹ ਫੜ ਕੇ ਤੁਰੇਗਾ ਤੇ ਤੂੰ ਵੀ ਮੰਜ਼ਿਲ 'ਤੇ ਨਹੀਂ ਪਹੁੰਚੇਗਾ। ਜਿਹੜਾ ਅੰਨਾ ਅੱਗੇ ਆਪ ਰਸਤਾ ਲੱਭਦਾ ਪਿਆ, ਰਸਤਾ ਭਾਲਦਾ ਪਿਆ, ਤੂੰ ਉਹਦੀ ਬਾਂਹ ਫੜ ਲਈ ਹੈ, ਉਹਦੇ ਮਗਰ ਲੱਗ ਕੇ ਚੱਲ ਪਿਆ, ਤੂੰ ਮੰਜ਼ਿਲ 'ਤੇ ਕਿਵੇਂ ਪਹੁੰਚੇਗਾ। ਸੰਸਾਰ ਦੇ ਜਿਹੜੇ ਲੋਕ ਨੇ, ਰੱਬ ਨੂੰ ਮਿਲਣ ਵਾਲੀ ਉਹਨਾਂ ਦੇ ਕੋਲ ਅੱਖ ਨਹੀਂ ਹੈ। ਬੰਦਿਆ ਰੱਬ ਤੇਰੇ ਤੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਸਾਡੇ ਕੋਲ ਉਹ ਅੱਖ ਨਹੀਂ ਜਿਸ ਅੱਖ ਨਾਲ ਵੇਖ ਕੇ ਅਸੀਂ ਰੱਬ ਦੇ ਰਾਹ 'ਤੇ ਤੁਰਨਾ ਸੀ। ਦੁਨੀਆ ਨੂੰ ਵੇਖਣ ਵਾਲੀਆਂ ਅੱਖਾਂ ਸਾਡੇ ਜ਼ਰੂਰ ਕੋਲ ਨੇ, ਉਹ ਸਾਡੇ ਕੋਲ ਹੈ। ਪਰ ਜੇ ਦੁਨੀਆ ਦੇ ਮਗਰ ਲੱਗ ਕੇ ਚੱਲੇਗਾ ਨਾ ਵੀ ਕੌਣ ਕੀ ਕਰਦਾ ਪਿਆ, ਤੇ ਫਿਰ ਦੁਨੀਆ ਜੋਗਾ ਹੀ ਰਹਿ ਜਾਵੇਗਾ, ਮੁਕਤੀ ਦੇ ਦਰਵਾਜ਼ੇ 'ਤੇ ਪਹੁੰਚ ਨਹੀਂ ਪਾਏਗਾ। ਤੇ ਫਿਰ ਕੀ ਕਰਨਾ ਪਵੇਗਾ? ਸਤਿਗੁਰੂ ਨੂੰ ਮਿਲਣਾ ਪਵੇਗਾ। ਏਤ ਦੁਆਰੇ ਹੋਏ ਸੋਝੀ ਪਾਏ ਸੀ। ਜਦੋਂ ਗੁਰੂ ਦੇ ਦਰਵਾਜ਼ੇ 'ਤੇ ਆਏਗਾ, ਗਿਆਨ ਤਾਂ ਹੋਣਾ ਵੀ ਮੈਂ ਕਾਹਦੇ ਵਾਸਤੇ ਸੰਸਾਰ ਵਿੱਚ ਆਇਆ।
ਤੇ ਸਤਿਗੁਰਾਂ ਨੂੰ ਪੁੱਛ ਹੀ ਲਿਆ ਸਿੱਖਾਂ ਨੇ, ਮਹਾਰਾਜ ਕਾਹਦੇ ਲਈ ਆਏ ਦੁਨੀਆ ਵਿੱਚ? ਸਤਿਗੁਰੂ ਕਹਿਣ ਲੱਗੇ, ਆਇਓ ਪੜਨ ਸੁਨਨ ਕੋ ਬਾਣੀ। ਤੂੰ ਬਾਣੀ ਪੜਨ ਵਾਸਤੇ, ਬਾਣੀ ਸਰਵਨ ਕਰਨ ਵਾਸਤੇ, ਨਾਮ ਦੀ ਕਮਾਈ ਕਰਨ ਵਾਸਤੇ ਦੁਨੀਆ ਤੇ ਆਇਆ। ਇੱਥੇ ਮਹਾਰਾਜ ਕਹਿ ਰਿਹਾ, ਕਹਿਣ ਲੱਗੇ, ਭਾਈ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਜਿੰਨਾ ਚਿਰ ਗੁਰੂ ਨੂੰ ਨਹੀਂ ਨਾ ਮਿਲਦੇ। ਤੇ ਆਪਾਂ ਇਹ ਗੱਲ ਆਖੀਏ ਨਾ ਵੀ ਇੱਧਰ ਵੇਖੋ 10,000 ਬੰਦਾ, 20,000 ਬੰਦਾ, ਇਹ 20,000 ਬੰਦਾ ਜਿਹੜਾ ਕੰਮ ਕਰਦਾ ਪਿਆ ਗਲਤ ਥੋੜ੍ਹੀ ਕਰਦਾ ਪਿਆ। ਇਹ ਸਾਰੇ ਮੂਰਖ ਥੋੜ੍ਹੀ ਨੇ। ਅਸੀਂ ਤੇ ਗਿਣਤੀ ਕੀਤੀ ਹੈ 20-30,000। ਮਹਾਰਾਜ ਨੇ ਤੇ ਸਾਰਾ ਜੱਗ ਹੀ ਕਹਿ ਦਿੱਤਾ, ਪੂਰੀ ਦੁਨੀਆ ਹੀ ਕਹਿ ਦਿੱਤੀ ਹੈ। ਸਾਰੀ ਦੁਨੀਆ ਮਹਾਰਾਜ ਕਹਿੰਦੇ ਅੰਨੀ ਹੈ, ਕਮਲੀ ਹੈ। ਕਿਉਂ ਅੰਨੀ ਹੈ, ਕਿਉਂ ਕਮਲੀ ਹੈ? ਕਿਉਂਕਿ ਗੁਰੂ ਬਿਨਾਂ ਸੋਝੀ ਨਹੀਂ ਹੈ, ਗੁਰੂ ਬਿਨਾਂ ਗਿਆਨ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਅੰਧੇ ਕਰਮ ਕਮਾਏ। ਦੁਨੀਆ ਦੇ ਮਗਰ ਲੱਗ ਕੇ ਅੰਨਿਆਂ ਨੇ ਜਿਹੋ ਜਿਹਾ ਕਰਮ ਕੀਤੇ, ਤੂੰ ਵੀ ਉਹਨਾਂ ਦੇ ਮਗਰ ਲੱਗ ਕੇ ਉਹੋ ਜਿਹਾ ਕਰਮ ਕਰਦਾ ਪਿਆ ਹੈ। ਗਿਆਨ ਦਾ ਕਰਮ ਤੂੰ ਵੀ ਕੋਈ ਨਹੀਂ ਕੀਤਾ, ਭਲੇ ਦਾ ਕਰਮ ਕੋਈ ਨਹੀਂ ਹੋਇਆ। ਬਸ ਦੁਨੀਆਦਾਰੀ ਤੇ ਦੁਨੀਆ ਦੇ ਵਿੱਚ ਲੱਗੇ ਹੋਏ ਕੰਮਾਂ ਵਿੱਚ ਹੀ ਲੱਗਾ ਰਿਹਾ। ਇਹੋ ਜਿਹੇ ਅੰਨੇ ਕਰਮਾਂ ਵਿੱਚ ਲੱਗ ਕੇ ਜਿਵੇਂ ਦੂਜੀ ਦੁਨੀਆ ਸੰਸਾਰ ਅੰਨਾ ਹੋਇਆ ਫਿਰਦਾ, ਪਤਾ ਨਹੀਂ ਵੀ ਕਾਹਦੇ ਵਾਸਤੇ ਦੁਨੀਆ 'ਤੇ ਆਇਆ। ਬੰਦਿਆ ਇਸੇ ਤਰ੍ਹਾਂ ਤੂੰ ਵੀ ਸੰਸਾਰ ਦੇ ਉਹਨਾਂ ਲੋਕਾਂ ਦੇ ਮਗਰ ਲੱਗ ਕੇ ਅੰਧਤਾਈ ਦੇ ਮਗਰ ਤੁਰਿਆ ਫਿਰਦਾ ਹੈ। ਸ਼ਬਦ ਸਿਓ ਚਿਤ ਨ ਲਾਵਈ, ਜਿਤ ਸੁਖ ਵਸੈ ਮਨ ਆਏ। ਪੁੱਛਿਆ, ਮਹਾਰਾਜ ਗਿਆਨ ਕਿੱਥੋਂ ਹੋਣਾ ਸੀ? ਪਾਤਸ਼ਾਹ ਕਹਿਣ ਲੱਗੇ, ਸ਼ਬਦ ਹੈ। ਸ਼ਬਦ ਤੋਂ ਭਾਵ ਹੁੰਦਾ ਉਪਦੇਸ਼। ਗੁਰੂ ਦੇ ਉਪਦੇਸ਼ ਦੇ ਨਾਲ ਗਿਆਨ ਹੋਣਾ ਸੀ, ਪਰ ਗੁਰੂ ਦਾ ਉਪਦੇਸ਼ ਤੇ ਲਿਆ ਹੀ ਨਹੀਂ। ਨਾਮ ਰਖਾ ਛੱਡਿਆ ਵੀ ਮੇਰਾ ਨਾਮ ਫਲਾਣਾ ਹੈ। ਜਿਵੇਂ ਲਾਹੌਰ ਦਾ ਰਹਿਣ ਵਾਲਾ ਇੱਕ ਬਾਣੀਆ ਹੈ, ਬਿਜ਼ਨਸ ਵਪਾਰ ਕਰਨ ਵਾਲਾ, ਨਾਮ ਆਪਣਾ ਰਖਵਾ ਲਿਆ ਮਨ ਸੁਖ। ਹੁਣ ਮਨ ਨੂੰ ਸੁਖ ਨਾਮ ਤੇ ਰਖਵਾ ਲਿਆ, ਪਰ ਮਨ ਨੂੰ ਸੁਖ ਤੇ ਨਹੀਂ ਨਾ ਆਇਆ। ਮਨ ਹਾਲੇ ਵੀ ਅੰਨਾ ਹੈ, ਹਾਲੇ ਵੀ ਵਿਕਾਰਾਂ ਦੇ ਵਿੱਚ ਤੜਪਦਾ ਪਿਆ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਉਣ ਦਾ ਸੁਭਾਗ ਸਮਾਂ ਮਿਲਿਆ, ਤੇ ਰਸਤੇ ਵਿੱਚ ਸੋਚਦਾ ਆਉਂਦਾ ਵੀ ਗੁਰੂ ਨਾਨਕ ਸਾਹਿਬ ਨੂੰ ਪੂਰਾ ਗੁਰੂ ਤਾਂ ਮੰਨਾਂਗਾ ਜੇ ਮੇਰਾ ਨਾਂ ਲੈ ਕੇ ਬੁਲਾਉਣਗੇ। ਤੇ ਸਤਿਗੁਰਾਂ ਨੇ ਫਿਰ ਆਖਿਆ, ਕਹਿਣ ਲੱਗੇ, ਨਾਮ ਹੀ ਮਨ ਸੁਖ ਰਖਾਇਆ, ਪਰ ਤੇਰੇ ਮਨ ਨੂੰ ਸੁਖ ਹੈ ਕੋਈ ਨਹੀਂ ਹੈ। ਸਤਿਗੁਰੂ ਇੱਥੇ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ, ਜਿੰਨਾ ਚਿਰ ਗੁਰੂ ਦੇ ਸ਼ਬਦ ਦੇ ਨਾਲ, ਸ਼ਬਦ ਤੋਂ ਭਾਵ ਹੈ ਉਪਦੇਸ਼, ਜਿੰਨਾ ਚਿਰ ਗੁਰੂ ਦੇ ਉਪਦੇਸ਼ ਦੇ ਨਾਲ ਆਪਣੇ ਚਿੱਤ ਨੂੰ ਲਾਉਂਦਾ ਨਹੀਂ ਨਾ, ਤੇ ਪਾਤਸ਼ਾਹ ਕਹਿਣ ਲੱਗੇ, ਭਾਈ ਉਹਨਾਂ ਚਿਰ ਸੁੱਖ ਤੇਰੇ ਮਨ ਵਿੱਚ ਆ ਕੇ ਵਸ ਸਕਦਾ ਹੀ ਨਹੀਂ ਹੈ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਾ। ਵੱਡੇ ਵੱਡੇ ਦੁਨੀਆ 'ਤੇ ਬਿਜ਼ਨਸ ਕਰਨ ਵਾਲੇ, ਵਪਾਰ ਕਰਨ ਵਾਲੇ, ਵੱਡੇ ਵੱਡੇ ਕਰਮ ਕਰਨ ਵਾਲੇ ਦੁਨੀਆ 'ਤੇ ਨਾਮਵਰ ਬੰਦੇ ਵੀ ਖੁਦਕੁਸ਼ੀਆਂ ਕਰ ਕਰਕੇ ਮਰ ਕੇ ਇੱਥੋਂ ਗਏ। ਦੁਨੀਆ ਦੀ ਹਿਸਟਰੀ ਫੋਲ ਕੇ ਵੇਖ ਲਾ, ਇਹ ਤੇ ਬੜਾ ਸੌਖਾ ਹੈ, ਤੂੰ ਨੈੱਟ 'ਤੇ ਜਾ ਕੇ ਵੇਖ ਸਕਦਾ। ਬੜੇ ਬੜੇ ਧਨ ਵਾਲੇ, ਬੜੇ ਬੜੇ ਨਾਮ ਵਾਲੇ ਲੋਕ ਜਿਹੜੇ ਨੇ, ਦੁਨੀਆ ਤੋਂ ਦੁਖੀ ਹੋ ਕੇ, ਆਪਣੇ ਕੰਮਾਂ ਤੋਂ ਦੁਖੀ ਹੋ ਕੇ ਇੰਨੇ ਦੁਖੀ ਹੋ ਗਿਆ ਵੀ ਖੁਦਕੁਸ਼ੀਆਂ ਕਰਕੇ, ਕੋਈ ਗੱਡੀ ਥੱਲੇ ਆ ਕੇ ਮਰਿਆ, ਕੋਈ ਕਿਸ ਤਰ੍ਹਾਂ ਮਰਿਆ। ਕਿਉਂ? ਕਿਉਂਕਿ ਦੁਨੀਆ ਦੀ ਸੋਝੀ ਤੇ ਹੈ, ਦੁਨੀਆ ਤੇ ਗਿਆਨ ਤੇ ਸੀ ਵੀ ਵਪਾਰ ਕਿਵੇਂ ਕਰਨਾ, ਧੰਦਾ ਕਿਵੇਂ ਕਰਨਾ, ਪੈਸਾ ਕਿਵੇਂ ਕਮਾਉਣਾ, ਪਹਿਚਾਣ ਕਿਵੇਂ ਬਣਾਉਣੀ ਹੈ, ਇਹ ਤੇ ਸੋਝੀ ਉਹਨਾਂ ਨੇ ਲੈ ਲਈ ਹੈ ਕਿਤਾਬਾਂ ਦੇ ਵਿੱਚੋਂ, ਸਕੂਲਾਂ ਦੇ ਵਿੱਚੋਂ ਡਿਗਰੀਆਂ ਤੇ ਲੈ ਲਈਆਂ, ਪਰ ਇਹ ਸੋਝੀ ਨਹੀਂ ਆਈ ਵੀ ਜੀਵਨ ਕਿਵੇਂ ਜਿਉਣਾ ਹੈ। ਜੀਵਨ ਦੀ ਜਾਂਚ ਨਹੀਂ ਸਿੱਖ ਸਕੇ ਤੇ ਮਰ ਕੇ ਦੁਖੀ ਹੋ ਕੇ ਦੁਨੀਆ ਤੋਂ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇਰੇ ਵੱਡੇ ਕਰਮ ਨੇ, ਜੋ ਸਤਿਗੁਰ ਦੇ ਸ਼ਬਦ ਦੇ ਨਾਲ ਤੂੰ ਚਿੱਤ ਨਹੀਂ ਲਾਉਂਦਾ ਤਾਂ ਤੂੰ ਦੁਖੀ ਹੋਇਆ ਫਿਰਦਾ। ਸਤਿਗੁਰ ਸਿਓ ਚਿੱਤ ਨਾ ਲਾਵਈ, ਗੁਰੂ ਦੇ ਸ਼ਬਦ ਦੇ ਨਾਲ ਚਿੱਤ ਨਹੀਂ ਲਾਇਆ, ਮਨ ਨਹੀਂ ਲਾਇਆ। ਜੇ ਲਾ ਲੈਂਦਾ, ਜਿਤ ਸੁਖ ਵਸੈ ਮਨ ਆਏ, ਤੇਰੇ ਮਨ ਵਿੱਚ ਇੰਨਾ ਸੁਖ ਵਸ ਜਾਣਾ ਸੀ ਜੇ ਗੁਰੂ ਦੇ ਉਪਦੇਸ਼ 'ਤੇ ਚੱਲਦਾ ਕਿ ਤੈਨੂੰ ਦੁਨੀਆ ਦੀ ਕਿਸੇ ਵਸਤੂ ਦੀ ਲੋੜ ਹੀ ਨਹੀਂ ਸੀ ਰਹਿ ਜਾਣੀ। ਐਸੀ ਦਾਤ ਮਿਲਦੀ ਹੈ। ਤਾਮਸ ਲੱਗਾ ਸਦਾ ਫਿਰੈ, ਐਨਸ ਜਲਤ ਬਿਹਾਏ। ਤਾਮਸ ਨਾਮ ਹੈ ਤਮੋ ਗੁਣ ਦਾ, ਤੇ ਜੇ ਆਪਾਂ ਸਿੱਧਾ ਸਮਝਣਾ ਨਾ, ਤਮੋ ਗੁਣ ਕਿਹਾ ਜਾਂਦਾ ਕ੍ਰੋਧ ਨੂੰ, ਗੁੱਸੇ ਨੂੰ। ਤੇ ਸਤਿਗੁਰੂ ਫਰਮਾਉਂਦੇ, ਕਹਿਣ ਲੱਗੇ, ਗੁੱਸੇ ਦੇ ਵਿੱਚ ਹਰ ਵੇਲੇ ਭਰਿਆ ਰਹਿੰਦਾ। ਜੇ ਘਰੇ ਬੈਠਾ ਪਰਿਵਾਰ ਨਾਲ ਲੜੀ ਜਾਂਦਾ, ਬਾਜ਼ਾਰ ਜਾਂਦਾ ਲੋਕਾਂ ਨਾਲ ਲੜੀ ਜਾਂਦਾ, ਕੰਮ 'ਤੇ ਜਾਂਦਾ ਸਾਥੀਆਂ ਨਾਲ ਲੜਦਾ ਰਹਿੰਦਾ।
ਕ੍ਰੋਧ ਇਹਦੇ ਮਨ ਵਿੱਚ ਇੰਨਾ ਭਰ ਗਿਆ ਵੀ ਹਰ ਵੇਲੇ ਮੂੰਹ ਦੇ ਵਿੱਚੋਂ ਅੱਗ ਹੀ ਅੱਗ ਕੱਢਦਾ ਹੈ, ਕਦੇ ਕਿਹਦੇ ਨਾਲ ਝਗੜਾ, ਕਦੇ ਕਿਹਦੇ ਨਾਲ ਝਗੜਾ। ਪਰ ਇਹ ਝਗੜਾ ਹੈ ਕ੍ਰੋਧ ਬਣਿਆ ਕਿਵੇਂ? ਕਿਉਂਕਿ ਗੁਰੂ ਦਾ ਉਪਦੇਸ਼ ਕਮਾਇਆ ਨਹੀਂ, ਗੁਰੂ ਦੇ ਉਪਦੇਸ਼ ਤੇ ਚੱਲਿਆ ਨਹੀਂ, ਗੁਰੂ ਦੀ ਸਿੱਖਿਆ ਨੂੰ ਲਿਆ ਨਹੀਂ। ਸਤਿਗੁਰੂ ਫਰਮਾਉਂਦੇ ਤਾਮਸ ਲਾਗਾ ਸਦਾ ਫਿਰੈ, ਕ੍ਰੋਧ ਵਿੱਚ ਭਰਿਆ ਹੋਇਆ ਸਦਾ ਦਿਨੇ ਰਾਤ ਹੀ ਫਿਰਦਾ। ਰਾਤ ਨੂੰ ਬੁਲਾ ਲਓ ਤਾਂ ਲੜਦਾ ਹੈ, ਦਿਨੇ ਬੁਲਾ ਲਓ ਤਾਂ ਲੜਦਾ ਹੈ। ਰਾਤ ਨੂੰ ਕੰਮ ਤੇ ਜਾਂਦਾ ਤਾਂ ਝਗੜਾ ਕਰਦਾ, ਦਿਨੇ ਜਾਂਦਾ ਤਾਂ ਝਗੜਾ ਕਰਦਾ। ਦਿਨੇ ਰਾਤ ਕ੍ਰੋਧ ਦਾ ਭਰਿਆ ਹੋਇਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਨਸ ਜਲਤ, ਦਿਨੇ ਰਾਤ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਹੈ। ਦਿਨੇ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਿਆਂ ਸੜਦਿਆਂ ਉਮਰਾਂ ਬਤੀਤ ਹੁੰਦੀ ਜਾਂਦੀ ਹੈ, ਰੁੜਦੀ ਜਾਂਦੀ ਹੈ। ਜੇ ਅੱਜ 20 ਸਾਲ ਦਾ ਹੋ ਗਿਆ, 30-40 ਸਾਲ ਦਾ ਹੋ ਗਿਆ, ਉਮਰਾਂ ਤੇ ਹੋ ਗਈ ਹੈ 40 ਸਾਲ, ਕ੍ਰੋਧ ਕਰਦੇ ਨੂੰ ਹੋ ਗਿਆ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਨੂੰ ਹੋ ਗਿਆ। ਪਰ ਉਹ 40 ਸਾਲ ਉਮਰਾਂ ਤੇਰੀ ਉਮਰਾਂ ਦੇ ਵਿੱਚੋਂ ਘਟ ਗਈ ਹੈ, ਉਮਰਾਂ ਰੁੜ ਗਈ ਹੈ, ਦੁਬਾਰਾ ਹੱਥ ਨਹੀਂ ਆਉਣੇ। ਪਿਛਲੀ ਉਮਰ ਗੁਨਾਹੀ ਬੀਤੀ, ਪ੍ਰਭ ਕੀ ਭਗਤ ਨਾ ਕੀਤੀ, ਆਗੇ ਸਮਝ ਚੱਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਭਾਈ ਨੰਦ ਲਾਲ ਜੀ ਇਹ ਕਵੀ ਸਨ ਜੋ ਮਹਾਰਾਜ ਦੇ ਦਰਬਾਰ ਵਿੱਚ ਬੈਠਦੇ ਕਹਿਣ ਲੱਗੇ ਜਿੰਨੀ ਉਮਰਾਂ ਹੁਣ ਤੱਕ ਚਲੇ ਗਈ ਹੈ ਨਾ, ਜਿੰਨੇ ਸਾਲਾਂ ਦਾ ਅੱਜ ਤੂੰ ਹੋ ਗਿਆ, ਇਹ ਤੇ ਭਾਵੇਂ ਤੇਰੀ ਗੁਨਾਹਾਂ ਦੇ ਵਿੱਚ ਐਬ ਕਰਦਿਆਂ ਹੋਇਆਂ, ਮਾੜੇ ਕਰਮ ਕਰਦਿਆਂ ਲੰਘ ਗਈ ਹੈ, ਇਹ ਤੇ ਵਾਪਸ ਨਹੀਂ ਆਉਣੀ ਪਾਈ। ਪਰ ਜਿੰਨੀ ਕੁ ਅੱਗੇ ਬਚੀ ਹੈ ਨਾ, ਸਾਲ 2 ਸਾਲ 5 ਸਾਲ 20 ਸਾਲ, ਜਿੰਨੀ ਕੁ ਰੱਬ ਨੇ ਆਪਣੇ ਕੋਲ ਰੱਖੀ ਤੈਨੂੰ ਹਲੇ ਮਿਲਣੀ ਹੈ, ਉਹਦੇ 'ਚ ਚੰਗੇ ਕਰਮ ਕਰਦਾ ਤੇਰਾ ਭਲਾ ਹੋ ਜਾਏਗਾ। ਸਤਿਗੁਰੂ ਕਹਿਣ ਲੱਗੇ ਤਾਮਸ ਲਾਗਾ ਸਦਾ ਫਿਰੈ, ਐਨਸ ਜਲਤ ਬਿਹਾਏ, ਦਿਨੇ ਰਾਤ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਿਆਂ ਉਮਰਾਂ ਬਤੀਤ ਕਰ ਲਈ, ਕਿਉਂਕਿ ਕ੍ਰੋਧ ਦਾ ਭਰਿਆ ਹੋਇਆ ਦਿਨੇ ਰਾਤ ਲੋਕਾਂ ਨਾਲ ਝਗੜੇ ਕਰਦਾ ਹੈ। ਜੋ ਤਿਸ ਭਾਵੈ ਸੋ ਥੀਐ, ਕਹਿਣਾ ਕਿਛੁ ਨ ਜਾਏ। ਕ੍ਰੋਧ ਖਤਮ ਕਿਵੇਂ ਹੋਵੇਗਾ, ਝਗੜਾ ਕਿਵੇਂ ਖਤਮ ਹੋਵੇਗਾ? ਮਹਾਰਾਜ ਕਹਿਣ ਲੱਗੇ ਝਗੜਾ ਇਸ ਤਰ੍ਹਾਂ ਖਤਮ ਹੋਵੇਗਾ, ਤੈਨੂੰ ਇਹ ਮੰਨਣਾ ਪਵੇਗਾ ਜੋ ਤਿਸ ਭਾਵੈ ਸੋ ਥੀਐ, ਪਰਮਾਤਮਾ ਜੋ ਤੈਨੂੰ ਭਾਉਂਦਾ ਹੈ ਉਹ ਹੁੰਦਾ ਪਿਆ ਹੈ। ਜਦੋਂ ਇਹ ਗੱਲ ਸਮਝ ਆ ਗਈ ਤੇ ਕ੍ਰੋਧ ਖਤਮ ਹੋ ਜਾਏਗਾ। ਕ੍ਰੋਧ ਤੇ ਤਾਂ ਹੀ ਕਰਦਾ ਨਾ ਵੀ ਫਲਾਣਾ ਬੰਦਾ ਮੇਰੇ ਆਖੇ ਨਹੀਂ ਲੱਗਦਾ, ਮੇਰਾ ਪਰਿਵਾਰ ਮੇਰੇ ਕਹਿਣੇ ਵਿੱਚ ਨਹੀਂ ਹੈ, ਮੈਨੂੰ ਗੁੱਸਾ ਆ ਜਾਂਦਾ। ਮੇਰੇ ਨਾਲ ਦੇ ਕੰਮ ਕਰਨ ਵਾਲੇ ਨੌਕਰੀ ਦੇ ਉੱਪਰ, ਵਪਾਰ ਦੇ ਉੱਪਰ ਮੇਰੇ ਕਹਿਣੇ ਵਿੱਚ ਨਹੀਂ ਚੱਲਦੇ ਤੇ ਮੈਨੂੰ ਤਾਂ ਗੁੱਸਾ ਆ ਜਾਂਦਾ। ਮੈਂ ਜੋ ਕਹਿਣਾ ਉਹ ਕਰਦੇ ਨੇ। ਇਹ ਗੁੱਸਾ ਤੇ ਤਾਂ ਹੀ ਆਉਂਦਾ ਜਦੋਂ ਕੋਈ ਸਾਡੇ ਮੁਤਾਬਕ ਨਾ ਚੱਲੇ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਤੂੰ ਇਹ ਸਮਝ ਲਾ ਵੀ ਜੋ ਤਿਸ ਭਾਵੈ ਸੋ ਥੀਐ, ਜੋ ਕੁਝ ਹੁੰਦਾ ਪਿਆ ਉਹ ਰੱਬ ਦੇ ਹੁਕਮ ਦੇ ਵਿੱਚ ਹੁੰਦਾ ਪਿਆ, ਮੈਂ ਉੱਥੇ ਕੁਝ ਵੀ ਨਹੀਂ ਕਰ ਸਕਦਾ। ਕ੍ਰੋਧ ਆਪੇ ਮਰ ਜਾਣਾ, ਆਪੇ ਖਤਮ ਹੋ ਜਾਣਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਕਈ ਵਾਰੀ ਕੋਈ ਕੰਮ ਹੁੰਦਾ ਤੇ ਆਪਾਂ ਆਖਦੇ ਹਾਂ ਬੜਾ ਮਾੜਾ ਹੋ ਰਿਹਾ, ਬੜਾ ਯਤਨ ਵੀ ਕਰਦੇ ਹਾਂ ਰੋਕਣ ਤੋਂ, ਪਰ ਰੁਕਦਾ ਨਹੀਂ। ਜਦੋਂ ਕੰਮ ਹੋ ਜਾਂਦਾ ਨਾ ਤੇ ਕੋਈ ਸਾਲ 6 ਮਹੀਨੇ ਲੰਘ ਵੀ ਜਾਂਦੇ ਨੇ, ਬਾਅਦ ਵਿੱਚ ਅਸੀਂ ਉਸੇ ਮੂੰਹ ਨਾਲ ਕਹਿੰਦੇ ਹਾਂ ਉਦੋਂ ਅਸੀਂ ਤੇ ਮਾੜਾ ਸੋਚਦੇ ਸੀ ਵੀ ਇਹ ਕੰਮ ਨਾ ਹੋਵੇ, ਪਰ ਅੱਜ ਪਤਾ ਲੱਗਾ ਵੀ ਜੋ ਹੋਇਆ ਚੰਗਾ ਹੀ ਹੋਇਆ। ਉਦੋਂ ਸਾਨੂੰ ਇੰਨੀ ਸਮਝ ਨਹੀਂ ਸੀ, ਅਸੀਂ ਨਹੀਂ ਸੀ ਚਾਹੁੰਦੇ ਵੀ ਉਹ ਕੰਮ ਹੋਵੇ, ਪਰ ਸਾਡੇ ਨਾ ਚਾਹੁਣ ਦੇ ਬਾਵਜੂਦ ਵੀ ਉਹ ਕੰਮ ਹੋ ਗਿਆ। ਤੇ ਜਦੋਂ ਉਸ ਕੰਮ ਦਾ ਸਾਨੂੰ ਸੁੱਖ ਮਿਲਿਆ ਫਿਰ ਅਸੀਂ ਆਖਦੇ ਵੀ ਅਸੀਂ ਚਾਹੁੰਦੇ ਤੇ ਨਹੀਂ ਸੀ, ਪਰ ਹੋ ਗਿਆ, ਜੋ ਹੋਇਆ ਚੰਗਾ ਹੀ ਹੋਇਆ। ਤੇ ਮਹਾਰਾਜ ਕਹਿੰਦੇ ਇਹ ਗੱਲ ਪਹਿਲਾਂ ਹੀ ਸਮਝ ਲਾ ਵੀ ਜੋ ਤਿਸ ਭਾਵੈ ਸੋ ਥੀਐ, ਜੋ ਕੁਝ ਹੁੰਦਾ ਪਿਆ ਉਹਦੇ ਭਾਣੇ ਵਿੱਚ ਹੀ ਹੈ, ਉਹਦੇ ਹੁਕਮ ਦੇ ਵਿੱਚ ਹੀ ਹੈ, ਕਹਿਣਾ ਕਿਛੂ ਨਾ ਜਾਏ। ਰੱਬ ਦੇ ਅੱਗੇ ਕਿਹਾ ਥੋੜ੍ਹੀ ਜਾ ਸਕਦਾ ਵੀ ਰੱਬਾ ਤੂੰ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰ। ਦੁਨੀਆ ਜਿਹੜੀ ਹੈ ਰੱਬ ਨੂੰ ਆਪਣੇ ਮੁਤਾਬਕ ਨਹੀਂ ਚਲਾ ਸਕਦੀ, ਰੱਬ ਦੁਨੀਆ ਨੂੰ ਆਪਣੇ ਮੁਤਾਬਕ ਚਲਾਉਂਦਾ। ਇਸ ਕਰਕੇ ਰੱਬ ਨੂੰ ਸਲਾਹ ਨਹੀਂ ਦਿੱਤੀ ਜਾ ਸਕਦੀ ਵੀ ਜਿਵੇਂ ਮੈਂ ਚਾਹੁੰਦਾ ਤੂੰ ਉਸ ਤਰ੍ਹਾਂ ਕਰ, ਨਹੀਂ, ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹ ਉਸੇ ਤਰ੍ਹਾਂ ਕਰਦਾ ਹੈ। ਮਹੱਲਾ ਤੀਜਾ। ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ। ਅਮਰਦਾਸ ਮਹਾਰਾਜ ਕਹਿਣ ਲੱਗੇ ਜਦੋਂ ਅਸੀਂ ਗੁਰੂ ਦੇ ਦਰ ਤੇ ਆਏ ਨਾ, ਦਰਵਾਜ਼ੇ ਤੇ ਆਏ, ਆ ਕੇ ਮਹਾਰਾਜ ਤੋਂ ਪੁੱਛਿਆ ਤੇ ਸਤਿਗੁਰੂ ਕਹਿਣ ਲੱਗੇ ਗੁਰਮੁਖਾ ਤੈਨੂੰ ਇੱਕ ਬਚਨ ਦਈਏ ਝੋਲੀ 'ਚ ਪਾਉਣ ਵਾਲਾ, ਤੇਰੇ ਭਲੇ ਵਾਲਾ। ਤੇ ਫਿਰ ਸਿੱਖ ਨੇ ਹੱਥ ਜੋੜੇ, ਮਹਾਰਾਜ ਕਰੋ ਕਿਰਪਾ, ਫਿਰ ਦਿਓ ਬਚਨ। ਤੇ ਮਹਾਰਾਜ ਨੇ ਫਿਰ ਬਚਨ ਇਹ ਦਿੱਤਾ, ਕਹਿਣ ਲੱਗੇ ਕਾਰੀ ਇਹੋ ਕਰਿਓ। ਕਾਰੀ ਨਾਮ ਹੈ ਕੰਮ ਦਾ। ਮਹਾਰਾਜ ਕਹਿੰਦੇ ਫਿਰ ਇਹ ਕੰਮ ਕਰ। ਕਿਹੜਾ ਕੰਮ ਕਰ?
ਉਹ ਸਾਨੂੰ ਦੱਸਣ ਲੱਗੇ ਹਨ। ਗੁਰਦੁਆਰੇ ਹੋਏ ਕੈ ਸਾਹਿਬ ਸੰਭਾਲੇ ਹੋ। ਸਤਿਗੁਰਾਂ ਨੇ ਸਾਨੂੰ ਇੱਕ ਕੰਮ ਕਰਨ ਵਾਸਤੇ ਆਖਿਆ। ਅਸੀਂ ਰੋਜ਼ ਸੰਗਤ ਵਿੱਚ ਆਉਂਦੇ ਹਾਂ, ਕਥਾ ਵੀ ਸੁਣਦੇ, ਕੀਰਤਨ ਵੀ ਸੁਣਦੇ, ਘਰ ਵਿੱਚ ਬੈਠ ਕੇ ਪਾਠ ਵੀ ਕਰਦੇ, ਪਰ ਸਤਿਗੁਰਾਂ ਨੂੰ ਜਦੋਂ ਪੁੱਛਿਆ ਨਾ ਵੀ ਮਹਾਰਾਜ ਕੀ ਕਰੀਏ, ਤੇ ਸਤਿਗੁਰੂ ਕਹਿੰਦੇ ਇੱਕ ਕੰਮ ਹੈ, ਉਹ ਕਰ ਲਾ। ਉਹ ਕਿਹੜਾ ਕੰਮ ਹੈ? ਤੇ ਮਹਾਰਾਜ ਕਹਿਣ ਲੱਗੇ ਗੁਰੂ ਦੁਆਰਾ ਹੋਏ ਕੈ, ਗੁਰੂ ਦੇ ਸਨਮੁਖ ਹੋ ਗਏ। ਸਨਮੁਖ ਤੋਂ ਭਾਵ ਹੁੰਦਾ ਸਾਹਮਣੇ ਹੋ ਕੇ, ਸਨਮੁਖ ਤੋਂ ਭਾਵ ਹੁੰਦਾ ਵੀ ਗੁਰੂ ਦੇ ਕਹਿਣੇ ਵਿੱਚ ਰਹਿ ਕੇ, ਗੁਰੂ ਦੇ ਕਹਿਣੇ ਵਿੱਚ ਰਹਿ ਕੇ ਕੀ ਕਰਨਾ ਹੈ? ਸਾਹਿਬ ਸੰਭਾਲੇ ਹੋ। ਜਿਹੜਾ ਸਾਹਿਬ ਮਾਲਕ ਹੈ ਨਾ, ਉਹਨੂੰ ਸੰਭਾਲ, ਉਹਨੂੰ ਯਾਦ ਕਰ। ਇੱਕੋ ਕੰਮ ਸਾਨੂੰ ਗੁਰੂ ਨੇ ਦੱਸਿਆ। ਹੁਣ ਜੇ ਤੇ ਇਹ ਬਚਨ ਸਾਡੇ ਪੱਲੇ ਪੈ ਗਿਆ ਤੇ ਸਾਡੀ ਕਥਾ ਸੁਣੀ, ਕੀਰਤਨ ਸੁਣਿਆ, ਪਾਠ ਕੀਤਾ, ਹੋ ਗਿਆ ਸਫਲਾ। ਤੇ ਜੇ ਅਸੀਂ ਇੱਕ ਕੰਨ ਸੁਣਿਆ, ਦੂਜੇ ਕੰਨ ਕੱਢ ਦਿੱਤਾ, ਤੇ ਫਿਰ ਪ੍ਰਾਪਤੀ ਕਿੱਥੇ ਹੈ? ਪ੍ਰਾਪਤੀ ਕਰਮ ਦੇ ਉੱਪਰ ਚੱਲਿਆ ਹੋਣੀ ਹੈ। ਤੇ ਮਹਾਰਾਜ ਜੀ ਨੇ ਆਖਿਆ ਕਿ ਪੂਛਤ ਪਥਕ ਤੇ ਮਾਰਗ ਨਾ ਭਾਰ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਿਉ ਜਾਈਏ। ਹੁਣ ਆਪਾਂ ਇੱਥੇ ਬੈਠੇ ਹਾਂ, ਸਾਡੇ ਨਾਲ ਕੋਈ ਬੈਠਾ ਹੋਇਆ, ਉਹਨੂੰ ਅਸੀਂ ਪੁੱਛ ਲਈਏ ਵੀ ਦਿੱਲੀ ਜਾਣਾ, ਮੈਂ ਕਿਵੇਂ ਜਾਵਾਂ, ਰਸਤਾ ਕਿਹੜਾ? ਹੁਣ ਦੱਸਣ ਵਾਲੇ ਨੇ ਰਸਤਾ ਦੱਸ ਦਿੱਤਾ ਵੀ ਇੱਧਰ ਨੂੰ ਜਾਏਗਾ, ਫਿਰ ਇੱਧਰ ਨੂੰ ਜਾਏਗਾ ਤੇ ਪਹੁੰਚ ਜਾਏਗਾ। ਰਸਤਾ ਤੇ ਇੱਕ ਤੋਂ ਪੁੱਛਿਆ, ਦੂਜੇ ਤੋਂ ਪੁੱਛਿਆ, 10 20 50 ਤੋਂ ਪੁੱਛ ਲਿਆ, ਪਰ ਬੈਠਾ ਘਰ ਵਿੱਚ ਹੀ ਹੈ ਤੇ ਦਿੱਲੀ ਨਹੀਂ ਪਹੁੰਚੇਗਾ, ਮੰਜ਼ਿਲ ਤੇ ਪਹੁੰਚੇਗਾ ਨਹੀਂ। ਕਿਉਂ ਨਹੀਂ ਪਹੁੰਚੇਗਾ? ਕਿਉਂਕਿ ਤੁਰਿਆ ਨਹੀਂ। ਪੁੱਛਦਾ ਪਿਆ, ਪੁੱਛ ਕੇ ਗਿਆਨ ਲੈ ਲਿਆ, ਸੋਝੀ ਲੈ ਲਈ ਹੈ ਵੀ ਰਸਤਾ ਕਿਵੇਂ ਹੈ ਤੇ ਜਾਣਾ ਕਿਵੇਂ ਹੈ, ਪਰ ਮੰਜ਼ਿਲ ਤੇ ਤਾਂ ਨਹੀਂ ਪਹੁੰਚਿਆ ਕਿਉਂਕਿ ਘਰੋਂ ਤੁਰਿਆ ਹੀ ਨਹੀਂ। ਹੁਣ ਰਸਤਾ ਤੇ ਅਸੀਂ ਗੁਰੂ ਨੂੰ ਪੁੱਛਦੇ ਪਏ, ਮਹਾਰਾਜ ਮੁਕਤੀ ਕਿਵੇਂ ਹੈ, ਮੁਕਤੀ ਕਿਵੇਂ ਹੈ? ਪੁੱਛ ਤੇ ਲਿਆ, ਸਤਿਗੁਰਾਂ ਨੇ ਅੱਜ ਦੱਸ ਹੀ ਦਿੱਤਾ। ਪਰ ਮੁਕਤ ਉਦੋਂ ਹੋਵਾਂਗੇ ਜਦੋਂ ਉਸ ਰਸਤੇ ਤੇ ਚੱਲਾਂਗੇ, ਜਦੋਂ ਉਧਰ ਨੂੰ ਸਫ਼ਰ ਕਰਾਂਗੇ। ਤੇ ਸਫ਼ਰ ਕੀ ਕਰਨਾ? ਉਹ ਅੱਜ ਮਹਾਰਾਜ ਨੇ ਦੱਸਿਆ। ਕਹਿਣ ਲੱਗੇ ਗੁਰੂ ਦੁਆਰਾ ਹੋਏ ਕੈ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਕਹਿਣੇ ਵਿੱਚ ਹੋ ਕੇ, ਗੁਰੂ ਦੀ ਆਗਿਆ ਦੇ ਵਿੱਚ ਹੋ ਕੇ ਸਾਹਿਬ ਸੰਭਾਲੇ ਹੋ। ਦਿਨੇ ਰਾਤ ਉਸ ਸਾਹਿਬ ਨੂੰ ਯਾਦ ਕਰ, ਇਹ ਹੈ ਤੇਰਾ ਕੰਮ। ਸਤਿਗੁਰੂ ਫਰਮਾਇਆ ਕਾਰਾ ਇਹੋ ਕਰੇ ਹੋ। ਗੁਰੂ ਨੇ ਆਖਿਆ ਇਹ ਕੰਮ ਕਰ ਸਿੱਖਾ ਜੇ ਮੁਕਤ ਹੋਣਾ ਚਾਹਣਾ। ਤੇ ਪਹਿਲਾ ਬਚਨ ਆਪਾਂ ਇਹ ਪੜ੍ਹਿਆ ਸੀ ਵੀ ਸਾਰਾ ਸੰਸਾਰ ਅੰਨਾ ਹੈ, ਅੰਨੇ ਲੋਕਾਂ ਦੇ ਮਗਰ ਲਾ ਕੇ ਸਾਰੀ ਦੁਨੀਆ ਅੰਨੀ ਹੋ ਰਹੀ ਹੈ। ਪਰ ਜੇ ਤੂੰ ਸੁਜਾਖਾ ਬਣਨਾ ਚਾਹਣਾ ਨਾ, ਅੱਖਾਂ ਵਾਲਾ ਬਣਨਾ ਚਾਹਣਾ ਨਾ, ਤੇ ਫਿਰ ਇਹ ਕੰਮ ਕਰ, ਗੁਰੂ ਦੇ ਆਖੇ ਲੱਗ ਕੇ ਰੱਬ ਨੂੰ ਯਾਦ ਕਰ। ਜਿਹਨੂੰ ਦੁਨੀਆ ਨਹੀਂ ਯਾਦ ਕਰਦੀ, ਤੂੰ ਯਾਦ ਕਰੇਗਾ, ਤੇਰਾ ਭਲਾ ਹੋ ਜਾਏਗਾ। ਇਹ ਹੈ ਸਭ ਤੋਂ ਵੱਡਾ ਕੰਮ, ਇਹ ਹੈ ਸਭ ਤੋਂ ਵੱਡੀ ਸੋਝੀ। ਤੇ ਤੁਸੀਂ ਵੱਡੇ ਤੋਂ ਵੱਡਾ ਵਪਾਰ ਕਰ ਲਓ, ਬਿਜ਼ਨਸ ਕਰ ਲਓ, ਕੋਈ ਕਰਮ ਕਰ ਲਓ, ਵੱਡੇ ਤੋਂ ਵੱਡੀ ਡਿਗਰੀ ਲੈ ਲਓ। ਉਸ ਡਿਗਰੀ ਵਿੱਚ ਇਹ ਨਹੀਂ ਲਿਖਿਆ ਜਾਣਾ ਵੀ ਤੂੰ ਨਾਮ ਜਪੇਗਾ ਜਾਂ ਨਾਮ ਜਪਿਆ ਕਰ ਤੇਰਾ ਭਲਾ ਹੋਵੇਗਾ। ਵਪਾਰ ਦੇ ਵਿੱਚੋਂ ਇਹ ਨਹੀਂ ਮਿਲੇਗਾ ਵੀ ਨਾਮ ਕਿਵੇਂ ਜਪਣਾ ਚਾਹੀਦਾ। ਉੱਥੋਂ ਤੇ ਦੁਨੀਆ ਦਾ ਗਿਆਨ ਹੋ ਸਕਦਾ ਕਿ ਫਲਾਣੇ ਬੰਦੇ ਨੇ ਇਸ ਕੰਮ ਵਿੱਚੋਂ ਇੰਨਾ ਨਫਾ ਲੈ ਲਿਆ, ਫਲਾਣਾ ਬੰਦਾ ਇਸ ਤਰ੍ਹਾਂ ਦਾ ਸੀ ਤੇ ਉਹ ਇਸ ਮੰਜ਼ਿਲ ਤੇ ਪਹੁੰਚ ਗਿਆ, ਇਸ ਰੁਤਬੇ ਤੇ ਪਹੁੰਚ ਗਿਆ, ਇਸ ਰੈਂਕ ਤੇ ਪਹੁੰਚ ਗਿਆ ਹੈ। ਦੁਨੀਆ ਦੀਆਂ ਵਿਚਾਰਾਂ ਤੇ ਇਹੋ ਜਿਹੀਆਂ ਹੀ ਨੇ। ਪਰ ਜੇ ਤੂੰ ਕੋਈ ਜ਼ਿੰਦਗੀ ਵਿੱਚ ਸਫਲ ਹੋਣ ਵਾਸਤੇ ਆਇਆ ਤੇ ਫਿਰ ਗੁਰੂ ਦੁਆਰੇ ਹੋਏ ਕਹਿ, ਗੁਰੂ ਦੇ ਸਨਮੁਖ ਹੋ ਕੇ ਸਾਹਿਬ ਸੰਭਾਲੇ ਹੋ। ਸਾਹਿਬ ਨੂੰ ਯਾਦ ਕਰ, ਮਾਲਕ ਨੂੰ ਯਾਦ ਕਰ। ਪਰ ਮਾਲਕ ਨੂੰ ਯਾਦ ਤਾਂ ਕਰ, ਸਾਰਿਆਂ ਤੋਂ ਪਹਿਲਾਂ ਗੁਰੂ ਦੇ ਸਨਮੁਖ ਹੋਣਾ ਕਰ, ਗੁਰੂ ਦੀ ਆਗਿਆ ਵਿੱਚ ਹੋਣਾ ਕਰ। ਤੇ ਜਿੰਨਾ ਚਿਰ ਗੁਰੂ ਦੀ ਆਗਿਆ ਵਿੱਚ ਨਹੀਂ ਆਉਂਦਾ, ਸਲਾਮ ਜਵਾਬ ਦੋਵੈ ਕਰੈ, ਮੁੰਡੋ ਕੁੱਥਾ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਲਾਮ ਵੀ ਕਰਦਾ, ਮੱਥਾ ਵੀ ਟੇਕਦਾ, ਸਿਰ ਵੀ ਝੁਕਾਉਂਦਾ, ਨੱਕ ਵੀ ਰਗੜਦਾ, ਪਰਿਕਰਮਾ ਵੀ ਕਰਦਾ, ਬੈਠਦਾ ਵੀ ਹੈ, ਪ੍ਰਸ਼ਾਦ ਵੀ ਲੈਂਦਾ। ਸਲਾਮ ਤੇ ਕਰਦਾ ਪਿਆ, ਝੁਕਦਾ ਤੇ ਪਿਆ, ਪਰ ਸਲਾਮ ਜਵਾਬ ਦੋਵੈ ਕਰੇ, ਨਾਲ ਹੀ ਜਵਾਬ ਦੇ ਦਿੰਦਾ। ਜਦੋਂ ਮਹਾਰਾਜ ਕਹਿੰਦੇ ਨੇ ਜਿਵੇਂ ਅੱਜ ਬਚਨ ਆ ਗਿਆ ਵੀ ਭਾਈ ਗੁਰੂ ਦੇ ਸਨਮੁਖ ਹੋ ਕੇ ਤੇ ਰੱਬ ਨੂੰ ਯਾਦ ਕਰਿਆ ਕਰ ਹਰ ਵੇਲੇ, ਨਾਲ ਹੀ ਜਵਾਬ ਦੇ ਦਿੰਦਾ ਮਹਾਰਾਜ ਇੰਨਾ ਟਾਈਮ ਕਿੱਥੇ ਹੈ। ਗੁਰੂ ਦੇ ਸਨਮੁਖ ਹੋਈਏ, ਗੁਰੂ ਦੇ ਕਹਿਣੇ ਵਿੱਚ ਹੋਈਏ। ਗੁਰੂ ਦੇ ਕਹਿਣੇ ਵਿੱਚ ਚੱਲਾਂਗਾ, ਮੇਰੇ ਕੁੜਮ ਨਾਰਾਜ਼ ਹੋ ਜਾਣਗੇ, ਮੇਰੇ ਸਹੁਰੇ ਨਾਰਾਜ਼ ਹੋ ਜਾਣਗੇ, ਮੇਰੇ ਪੇਕੇ ਨਾਰਾਜ਼ ਹੋ ਜਾਣਗੇ। ਦੁਨੀਆਦਾਰੀ ਵੀ ਤੇ ਰੱਖਣੀ ਹੋਈ ਨਾ। ਗੁਰੂ ਨੇ ਤੇ ਸਭ ਕੁਝ ਕਹਿਣਾ ਵੀ ਮਾੜਾ ਕਰਮ ਛੱਡ, ਪਰ ਮੇਰੇ ਰਿਸ਼ਤੇਦਾਰਾਂ ਨੂੰ ਚੰਗਾ ਨਹੀਂ ਲੱਗਣਾ ਵੀ ਮਾੜਾ ਕਰਮ ਛੱਡ ਕੇ ਕਿਉਂ ਬੈਠ ਗਿਆ।
ਉਹਨਾਂ ਨੇ ਕਹਿਣਾ ਵੀ ਸਾਰੀ ਉਮਰ ਸਾਡੀ ਇਹਨੇ ਸ਼ਰਾਬ ਪੀ ਛੱਡੀ ਹੈ, ਸਾਡੇ ਮੁਰਗੇ ਖਾ ਛੱਡਿਆ, ਅੱਜ ਸਾਡੇ ਖਾਣ ਦਾ ਟਾਈਮ ਆਇਆ ਤੇ ਛੱਡ ਕੇ ਬੈਠ ਗਿਆ। ਮਹਾਰਾਜ ਉਹਨਾਂ ਨੂੰ ਚੰਗਾ ਨਹੀਂ ਲੱਗਣਾ, ਹੁਣ ਮੈਂ ਚਾਹ ਕੇ ਵੀ ਨਹੀਂ ਛੱਡ ਸਕਦਾ। ਨਹੀਂ ਛੱਡਿਆ ਕਿਉਂਕਿ ਦੁਨੀਆਦਾਰੀ ਨੂੰ ਚੰਗਾ ਨਹੀਂ ਲੱਗੇਗਾ। ਤੇ ਪਾਤਸ਼ਾਹ ਕਹਿਣ ਲੱਗੇ, ਭਾਈ ਸਲਾਮ ਜਵਾਬ ਦੋਵੇਂ ਕਰੇ। ਗੱਲ ਸੁਣੀ ਵੀ ਹੈ, ਮੱਥਾ ਵੀ ਟੇਕਿਆ। ਮੱਥਾ ਟੇਕਣ ਤੋਂ ਭਾਵ ਇਹ ਹੁੰਦਾ ਕਿ ਮਹਾਰਾਜ ਮੇਰੀ ਮੱਤ ਜਿਹੜੀ ਹੈ ਨਾ, ਉਹ ਸਭ ਤੋਂ ਤੂੰ ਉੱਚੇ ਥਾਂ ਤੇ ਦਿੱਤੀ ਹੈ। ਦਿਮਾਗ ਸਭ ਤੋਂ ਸਰੀਰ ਦੇ ਉੱਪਰ ਲਾਇਆ ਹੈ, ਮੇਰੀ ਮੱਤ ਨੂੰ ਸਭ ਤੋਂ ਉੱਚਾ ਰੱਖਿਆ ਸੀ, ਪਰ ਮੈਂ ਉਸ ਦਿਮਾਗ ਨੂੰ, ਉਸ ਸਿਰ ਨੂੰ ਤੇਰੇ ਅੱਗੇ ਝੁਕਾਉਂਦਾ ਹਾਂ, ਕਿਉਂਕਿ ਮੇਰੀ ਮੱਤ ਤੇਰੇ ਸਾਹਮਣੇ ਕੁਝ ਨਹੀਂ ਹੈ। ਮੇਰਾ ਗਿਆਨ, ਮੇਰੀ ਸੋਝੀ, ਮੇਰੀ ਅਕਲ ਤੇਰੇ ਸਾਹਮਣੇ ਕੁਝ ਨਹੀਂ ਹੈ। ਮੈਂ ਆਪਣਾ ਸਿਰ ਝੁਕਾ ਕੇ ਸਭ ਕੁਝ ਤੈਨੂੰ ਅਰਪਣ ਕਰ ਦਿੱਤਾ। ਸਿਰ ਝੁਕਾਉਣ ਦਾ ਮਤਲਬ ਇਹ ਸੀ, ਮੇਰੀ ਮੱਤ ਕੁਝ ਨਹੀਂ, ਮੈਂ ਤੇਰੇ ਕਹਿਣੇ 'ਤੇ ਚੱਲਾਂਗਾ। ਤੇ ਮਹਾਰਾਜ ਕਹਿੰਦੇ ਸਿਰ 'ਤੇ ਝੁਕਾਇਆ ਵੀ ਗੁਰੂ ਪਾਤਸ਼ਾਹ ਮੈਂ ਕੁਝ ਨਹੀਂ ਆ, ਪਰ ਜਵਾਬ ਦੋਵੇਂ ਕਰੇ ਨਾਲ ਜਵਾਬ ਦਿੱਤਾ ਵੀ ਇਹ ਗੱਲ ਤਾਂ ਮੈਂ ਮੰਨਣੀ ਨਹੀਂ। ਗੱਲ ਕਿਉਂ ਨਹੀਂ ਮੰਨਣੀ? ਕਿਉਂਕਿ ਮੈਨੂੰ ਇਹ ਗੁਰੂ ਦੀ ਗੱਲ ਚੰਗੀ ਨਹੀਂ ਲੱਗੀ, ਮੈਨੂੰ ਆਪਣੇ ਦਿਮਾਗ ਦੀ ਗੱਲ ਚੰਗੀ ਲੱਗਦੀ ਹੈ। ਮੇਰਾ ਦਿਮਾਗ ਮੈਨੂੰ ਹੋਰ ਕਿਸੇ ਪਾਸੇ ਕਹਿੰਦਾ ਪਿਆ ਜਾਣ ਵਾਸਤੇ, ਮੈਨੂੰ ਉਹ ਗੱਲ ਠੀਕ ਲੱਗੀ ਹੈ। ਜੋ ਗੁਰੂ ਨੇ ਆਖਿਆ ਉਹ ਮੈਨੂੰ ਠੀਕ ਨਹੀਂ ਲੱਗਾ, ਇਸ ਕਰਕੇ ਮੈਂ ਜਵਾਬ ਦਿੰਦਾ। ਮੱਥਾ ਤੇ ਤਾਂ ਟੇਕਿਆ ਸੀ ਵੀ ਮੇਰੀ ਮੱਤ ਕੋਈ ਨਹੀਂ ਹੈ, ਮੈਂ ਆਪਣੀ ਮੱਤ, ਆਪਣਾ ਸਿਰ ਤੈਨੂੰ ਭੇਟ ਕੀਤਾ ਤਾਂ ਮੱਥਾ ਟੇਕਿਆ। ਪਰ ਜਦੋਂ ਗੁਰੂ ਨੇ ਅੱਗੋਂ ਉਪਦੇਸ਼ ਦਿੱਤਾ, ਫਿਰ ਅੱਗੋਂ ਸਿਰ ਚੁੱਕਿਆ, ਕਹਿਣ ਲੱਗਾ ਨਾ, ਮੈਨੂੰ ਆਪਣੀ ਮੱਤ 'ਤੇ ਭਰੋਸਾ, ਮੈਂ ਗੁਰੂ ਦੇ ਕਹਿਣੇ 'ਤੇ ਨਹੀਂ ਚੱਲਾਂਗਾ। ਸਲਾਮ ਵੀ ਕਰਦਾ ਹੈ, ਜਵਾਬ ਵੀ ਦਿੰਦਾ ਹੈ। ਮੁੱਢੋਂ ਹੋ ਕੁੱਥਾ ਜਾਏ, ਮਹਾਰਾਜ ਕਹਿੰਦੇ ਫਿਰ ਤੇ ਮੁੱਢੋਂ ਹੀ ਭੁੱਲਿਆ ਹੋਇਆ। ਨਾਨਕ ਦੋਵੇਂ ਕੂੜੀਆਂ, ਫਿਰ ਦੋਵੇਂ ਗੱਲਾਂ ਝੂਠੀਆਂ। ਫਿਰ ਤੇਰਾ ਮੱਥਾ ਟੇਕਿਆ ਵੀ ਝੂਠਾ ਹੀ ਹੈ, ਤੇਰਾ ਸਿਰ ਝੁਕਾਇਆ ਵੀ ਝੂਠਾ ਹੀ ਹੈ। ਫਿਰ ਤੇਰੇ ਸਿਰ ਝੁਕਾਉਣ ਦਾ ਵੀ ਲਾਭ ਨਹੀਂ, ਜਦੋਂ ਗੁਰੂ ਦੀ ਕਹਿਣਾ ਹੀ ਨਹੀਂ ਮੰਨਿਆ। ਗੁਰੂ ਨੂੰ ਦੁਨੀਆ ਮੰਨਦੀ ਹੈ, ਪਰ ਗੁਰੂ ਦੀ ਨਹੀਂ ਮੰਨਦੀ। ਇੱਥੇ ਫਰਕ ਪੈ ਜਾਂਦਾ। ਗੁਰੂ ਨੂੰ ਮੰਨਦੇ ਜ਼ਰੂਰ ਹਾਂ, ਪਰ ਗੁਰੂ ਦੀ ਕਈ ਗੱਲ ਨਹੀਂ ਮੰਨਦੇ, ਕਿਉਂਕਿ ਸਾਡੇ ਮੁਤਾਬਕ ਨਹੀਂ ਹੈ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਗੁਰੂ ਦੇ ਹੁਕਮ ਦੇ ਵਿੱਚ ਸਨਮੁਖ ਰਹਿ ਕੇ ਦੁਨੀਆ ਕੀ ਕਹਿੰਦੀ ਹੈ ਜੋ ਮਰਜ਼ੀ ਕਹੀ ਜਾਵੇ, ਕੋਈ ਭਲਾ ਕਹੋ ਚਾਹੇ ਬੁਰਾ ਕਹੋ। ਹੁਣ ਇਤਿਹਾਸ ਦੀ ਸਾਖੀ ਆਪਾਂ ਰੋਜ਼ ਸਰਵਣ ਕਰਦੇ ਹਾਂ, ਪਰ ਆਪਾਂ ਇਹ ਇੱਕ ਗੱਲ ਅੱਜ ਨਵੀਂ ਸਰਵਣ ਕਰਨ ਜਾ ਰਹੇ ਹਾਂ। ਜਦੋਂ ਬੀਬੀ ਅਮਰੋ ਜੀਆਂ ਦੇ ਚਾਚਾ ਸਹੁਰਾ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਘਰ ਤੋਂ ਚੱਲੇ ਹੋਣਗੇ ਵੀ ਮੈਂ ਆਪਣੇ ਕੁੜਮ ਦੇ ਕੋਲ ਉਹਦਾ ਸੇਵਾਦਾਰ ਬਣਾਂਗਾ, ਉਹਦੇ ਵਾਸਤੇ ਪਾਣੀ ਢੋਵਾਂਗਾ, ਉਹਦਾ ਇਸ਼ਨਾਨ ਕਰਾਵਾਂਗਾ, ਉਹਦੇ ਘਰ ਵਿੱਚ ਜਾ ਕੇ ਨੌਕਰਾਂ ਵਾਲਾ ਕੰਮ ਕਰਾਂਗਾ। ਤੇ ਪਾਣੀ ਢੋਣਾ ਕੰਮ ਤੇ ਨੌਕਰਾਂ ਦਾ ਹੀ ਹੈ ਨਾ। ਤੇ ਉਦੋਂ ਪਰਿਵਾਰ ਦੇ ਜੀਆਂ ਨੇ ਰੋਕਿਆ ਤੇ ਹੋਵੇਗਾ ਨਾ, ਘਰ ਵਾਲੀ ਨੇ, ਮਾਤਾ ਪਿਤਾ ਨੇ, ਭਰਾਵਾਂ ਨੇ ਵੀ ਇਹ ਕੀ ਕਰਨ ਲੱਗਾ, ਆਪਾਂ ਮੁੰਡੇ ਵਾਲੇ ਹਾਂ ਤੇ ਤੂੰ ਕੁੜੀ ਵਾਲਿਆਂ ਦੇ ਘਰੇ ਜਾ ਕੇ ਪਾਣੀ ਭਰੇਗਾ ਤੇ ਆਪਣੀ ਤੇ ਨੱਕ ਕੋਈ ਨਹੀਂ ਰਹਿਣੀ, ਆਪਣੀ ਤੇ ਇੱਜ਼ਤ ਕੋਈ ਨਹੀਂ ਰਹਿਣੀ, ਮਹੱਲਾ ਕੀ ਕਹੇਗਾ, ਰਿਸ਼ਤੇਦਾਰ ਕੀ ਕਹਿਣਗੇ, ਆਪਣੀ ਤੇ ਬੜੀ ਬਦਨਾਮੀ ਹੋਵੇਗੀ। ਰੋਕਿਆ ਤੇ ਹੋਵੇਗਾ ਨਾ ਭਰਾਵਾਂ ਨੇ, ਰਿਸ਼ਤੇਦਾਰਾਂ ਨੇ ਵੀ ਇਹ ਕੰਮ ਨਾ ਕਰੀ, ਹੋਰ ਕਿਤੇ ਚਲੇ ਜਾ ਪਰ ਉੱਥੇ ਨਾ ਜਾ। ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਜੋ ਮਰਜ਼ੀ ਕੋਈ ਕਹੀ ਜਾਵੇ, ਮੈਨੂੰ ਨਹੀਂ ਫਰਕ ਪੈਂਦਾ, ਮੈਂ ਤੇ ਜੋ ਠਾਣ ਲਈ ਆ ਮੈਂ ਤੇ ਉਹ ਕਰਾਂਗਾ। ਮੈਨੂੰ ਗੁਰੂ ਪੂਰਾ ਮਿਲਣਾ ਚਾਹੀਦਾ, ਮੈਂ ਰਿਸ਼ਤੇਦਾਰੀ ਨਹੀਂ ਵੇਖਦਾ ਵੀ ਰਿਸ਼ਤੇਦਾਰੀ ਹੈ। ਜੇ ਕੁਝ ਮਿਲਦਾ ਹੈ ਤੇ ਮੈਂ ਸੇਵਕ ਬਣਨ ਨੂੰ ਵੀ ਤਿਆਰ ਹਾਂ। ਕੋਈ ਮਾੜਾ ਚੰਗਾ ਕਹਿੰਦਾ ਕਹੀ ਜਾਵੇ, ਕੋਈ ਫਰਕ ਨਹੀਂ। ਇਹ ਹੈ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ, ਉਹਨਾਂ ਨੇ ਦੁਨੀਆਦਾਰੀ ਦੀ ਪਰਵਾਹ ਨਹੀਂ ਕੀਤੀ ਵੀ ਇੱਕ ਕੁੜਮ ਦੂਜੇ ਕੁੜਮ ਦੇ ਘਰ ਦੇ ਵਿੱਚ ਆ ਕੇ ਨੌਕਰੀ ਕਰਦਾ, ਆਪਾਂ ਸੇਵਾ ਕਹਿੰਦੇ, ਪਰ ਉਦੋਂ ਤੇ ਦੁਨੀਆ ਕਹਿੰਦੀ ਹੋਵੇਗੀ ਵੀ ਨੌਕਰ ਲੱਗਾ, ਗੋਲਾ ਲੱਗਾ, ਪਾਣੀ ਭਰਦਾ ਪਿਆ। ਉਦੋਂ ਤੇ ਦੁਨੀਆ ਨੇ ਬੜਾ ਕੁਝ ਆਖਿਆ ਹੋਵੇਗਾ, ਪਰ ਉਹਨਾਂ ਨੇ ਆਖਿਆ ਦੁਨੀਆ ਜੋ ਮਰਜ਼ੀ ਕਵੇ, ਮੈਨੂੰ ਜਿੱਥੋਂ ਮਿਲਣਾ ਉੱਥੋਂ ਹੀ ਮਿਲਣਾ ਮੈਂ ਕਰਾਂਗਾ। ਕੀਤੀ ਸੇਵਾ ਤੇ ਮਹਾਰਾਜ ਦੀ ਸੇਵਾ ਨੇ ਇਹੋ ਜਿਹੇ ਰੰਗ ਲਾਏ। ਕਹਿਣ ਲੱਗੇ ਇੱਕ ਦਿਨ ਕਿੱਲਾ ਪੈਰ ਨੂੰ ਲੱਗ ਗਿਆ, ਕਿਤੇ ਜਲਾਇਆਂ ਦਾ ਘਰ ਸੀ ਰਾਹ ਦੇ ਵਿੱਚ, ਉਹਨਾਂ ਨੇ ਕਿੱਲਾ ਗੱਡਿਆ ਹੋਇਆ ਸੀ ਖੱਡੀ ਬੰਨ੍ਹਣ ਵਾਸਤੇ, ਤੇ ਉਹ ਸੁੱਕੇ ਕਿੱਲੇ ਨੂੰ ਜਦੋਂ ਪੈਰ ਲੱਗਾ ਮਹਾਰਾਜ ਦਾ ਤੇ ਕਿੱਲਾ ਹਰਿਆ ਹੋ ਗਿਆ, ਹਰਿਆ ਭਰਿਆ ਰੁੱਖ ਬਣ ਗਿਆ। ਇਹ ਸੇਵਾ ਕਰਕੇ ਦਾਤ ਪ੍ਰਾਪਤ ਕੀਤੀ ਉਹਨਾਂ ਨੇ। ਸੂਕੇ ਕਾਸ਼ਟ ਹਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਗੁਰੂ ਇਹੋ ਜਿਹੀ ਕਿਰਪਾ ਕਰਦਾ, ਸੁੱਕੀਆਂ ਲੱਕੜਾਂ ਵੀ
ਹਰੀਆਂ ਹੁੰਦੀਆਂ ਤੇ ਖਡੂਰ ਸਾਹਿਬ ਤੁਸੀਂ ਅੱਜ ਵੀ ਉਹ ਵੇਖ ਸਕਦੇ ਹੋ। ਜਿਨ੍ਹਾਂ ਨੇ ਸੇਵਾ ਕੀਤੀ ਹੈ, ਦੁਨੀਆ ਦੀ ਗੱਲ ਪਰੇ ਛੱਡ ਕੇ, ਦੁਨੀਆ ਜੋ ਮਰਜ਼ੀ ਕਹੀ ਜਾਵੇ, ਮੈਂ ਤੇ ਗੁਰੂ ਦੇ ਸਨਮੁਖ ਰਹਿਣਾ। ਤੇ ਜਦੋਂ ਸਨਮੁਖ ਆਏ ਨਾ ਗੁਰੂ ਅੰਗਦ ਸਾਹਿਬ ਜੀਆਂ ਦੇ, ਸੇਵਾ ਮੰਗ ਲਈ, ਫਿਰ ਸੇਵਾ ਦੇ ਉੱਪਰ ਹੀ ਰਹਿ, ਜੋ ਮਰਜ਼ੀ ਕੋਈ ਕਹੀ ਜਾਵੇ। ਸਾਹਿਬ ਸੰਭਾਲੇ ਹੋ, ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਸਾਹਿਬ ਨੂੰ ਯਾਦ ਕਰੇਗਾ ਪ੍ਰਾਪਤੀ ਤਾਂ ਹੋਣੀ। ਇਹ ਬਚਨ ਸਭ ਤੋਂ ਵੱਡਾ ਅੱਜ ਪੱਲੇ ਬੰਨ੍ਹ ਲੈ, ਇਹਨੂੰ ਨਾ ਛੱਡੀ। ਕਿ ਮੈਂ ਜਿਹੜੀ ਰੋਜ਼ ਕਥਾ ਸੁਣੀ ਹੈ, ਰੋਜ਼ ਕੀਰਤਨ ਸੁਣਿਆ, ਰੋਜ਼ ਪਾਠ ਸੁਣਿਆ, ਉਹਦਾ ਮੈਨੂੰ ਨਿਚੋੜ ਇਹ ਮਿਲਿਆ, ਉਹਦਾ ਮੈਨੂੰ ਪਾਠ ਦਾ ਫਲ ਇਹ ਮਿਲਿਆ। ਸਤਿਗੁਰੂ ਕਹਿੰਦੇ ਮੇਰੇ ਸਨਮੁਖ ਰਹੀ, ਮੇਰੀ ਆਗਿਆ ਵਿੱਚ ਰਹੀ। ਪਹਿਲਾ ਬਚਨ ਇਹ ਹੈ ਵੀ ਗੁਰੂ ਦੀ ਆਗਿਆ ਵਿੱਚ। ਦੂਜਾ ਬਚਨ ਇਹ ਹੈ ਕਿ ਗੁਰੂ ਪਾਤਸ਼ਾਹ ਨੂੰ ਯਾਦ ਕਰਨਾ ਹੈ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਨਾ। ਵਾਹਿਗੁਰੂ ਮੰਤਰ ਦਾ ਜਾਪ ਕਰਨਾ, ਇਹ ਪਰਮੇਸ਼ਰ ਨੂੰ ਯਾਦ ਕਰਨਾ ਹੈ। ਮੂਲ ਮੰਤਰ ਦਾ ਜਾਪ ਕਰਨਾ, ਪਰਮੇਸ਼ਰ ਨੂੰ ਯਾਦ ਕਰਨਾ ਹੈ। ਜਪਜੀ ਸਾਹਿਬ ਦਾ ਪਾਠ ਕਰਨਾ ਹੈ, ਉਹਨੂੰ ਯਾਦ ਕਰਨਾ। ਹੁਣ ਤੇ ਮੈਂ ਇਹੋ ਹੀ ਕਰਾਂਗਾ, ਗੁਰੂ ਦੇ ਸਨਮੁਖ ਹੋ ਗਏ ਤਾਂ ਤੇਰਾ ਭਾਈ ਲਾਭ ਹੈ, ਤਾਂ ਹੀ ਤੇਰੀ ਸਲਾਮ ਸਫਲੀ ਹੈ। ਪਰ ਜੇ ਸਲਾਮ ਵੀ ਕਰਦਾ, ਬਚਨ ਨਹੀਂ ਮੰਨਦਾ, ਫਿਰ ਸਲਾਮ ਵੀ ਤੇਰੀ ਝੂਠੀ ਹੈ, ਲਾਭ ਨਹੀਂ ਹੈ। ਸਾਹਿਬ ਸਦਾ ਹਜੂਰ ਹੈ, ਭਰਮੇ ਕੇ ਛੋੜ ਕੱਟ ਕੇ ਅੰਤਰ ਜੋਤ ਰਹੋ। ਅਕਾਲ ਪੁਰਖ ਪਰਮੇਸ਼ਰ ਸਦਾ ਹੀ ਤੇਰੇ ਹਜੂਰ ਹੈ, ਭਾਵ ਤੇਰੇ ਹਾਜ਼ਰ ਨਾਜ਼ਰ ਹੈ। ਇੱਕ ਸਮਾਂ ਇਹੋ ਜਿਹਾ ਆਉਂਦਾ ਜਦੋਂ ਅਸੀਂ ਕਿਤੇ ਜਾਂਦੇ ਹਾਂ, ਮਾਂ ਬਾਪ ਤੋਂ ਦੂਰ ਹੋ ਜਾਂਦੇ ਹਾਂ, ਮਾਂ ਬਾਪ ਸਾਡੇ ਤੋਂ ਦੂਰ ਹੋ ਜਾਂਦਾ, ਭੈਣਾਂ ਭਰਾ ਦੂਰ ਹੋ ਜਾਂਦੇ। ਤੇ ਕਈ ਵਾਰੀ ਇਹੋ ਜਿਹੀ ਮੁਸੀਬਤ ਪੈ ਜਾਂਦੀ ਆ, ਆਪਣੇ ਸਾਰੇ ਹੀ ਦੂਰ ਹੁੰਦੇ, ਉਹ ਫੋਨ 'ਤੇ ਰੋਂਦੇ ਜ਼ਰੂਰ ਨੇ, ਜੇ ਮੈਂ ਕੋਲ ਹੁੰਦਾ ਤਾਂ ਮੈਂ ਇਹ ਕਰ ਦਿੰਦਾ, ਪਰ ਮੈਂ ਤਾਂ ਬਹੁਤ ਦੂਰ ਆ, ਮੈਂ ਕਰ ਕੁਝ ਨਹੀਂ ਸਕਦਾ। ਜਿਸ ਮਾਂ ਬਾਪ ਨੇ ਜਣਿਆ ਹੈ, ਪੈਦਾ ਕੀਤਾ, ਪਾਲਿਆ, ਉਹ ਵੀ ਅਸਮਰੱਥ ਹੋ ਗਿਆ ਵੀ ਅਸੀਂ ਕੁਝ ਨਹੀਂ ਕਰ ਸਕਦੇ। ਇੱਥੋਂ ਤੱਕ ਵੱਡੇ ਵੱਡੇ ਰਾਜਿਆਂ ਦੀਆਂ ਬਾਹਾਂ ਖੜੀਆਂ ਹੋ ਜਾਂਦੀਆਂ। ਪਰ ਪਰਮੇਸ਼ਰ ਇਹੋ ਜਿਹਾ, ਤੂੰ ਦੇਸ਼ ਦੇ ਵਿੱਚ ਰਹਿ, ਵਿਦੇਸ਼ ਦੇ ਵਿੱਚ ਰਹਿ, ਨੇੜੇ ਰਹਿ, ਦੂਰ ਰਹਿ, ਸਾਹਿਬ ਸਦਾ ਹਜ਼ੂਰ ਹੈ, ਉਹ ਤੇਰੇ ਸਦਾ ਹੀ ਨੇੜੇ ਹੈ। ਦੇਵੀ ਦਾਸ ਨਾਮ ਦਾ ਇੱਕ ਗੁਪਤਚਰ ਹੋਇਆ। ਗੁਪਤਚਰ, ਗੁਪਤ ਸੂਚਨਾ ਲੈਣ ਵਾਲਾ, ਦੁਸ਼ਮਣ ਦਾ ਭੇਜ ਲੈ ਕੇ ਦੱਸਣ ਵਾਲਾ। ਇਹਨੂੰ ਭੀਮ ਚੰਦ ਰਾਜੇ ਨੇ ਭੇਜਿਆ, ਕਹਿਣ ਲੱਗਾ ਜਾ 10ਵੇਂ ਪਾਤਸ਼ਾਹ ਦੀ ਫੌਜ ਦੇ ਵਿੱਚ ਸਿੰਘ ਬਣ ਕੇ ਭਰਤੀ ਹੋ ਜਾ। ਮਹਾਰਾਜ ਕਦੋਂ ਉੱਠਦੇ ਨੇ, ਕਦੋਂ ਸੌਂਦੇ ਨੇ, ਸਿੰਘ ਕੀ ਕਰਦੇ ਨੇ, ਕਿੰਨਾ ਹਥਿਆਰ ਹੈ, ਕਿੰਨਾ ਅਸਲਾ, ਕਿੰਨੀ ਤਿਆਰੀ ਹੈ, ਸਾਨੂੰ ਸਭ ਕੁਝ ਦੱਸ। ਇਹ ਸਿੱਖਾਂ ਵਾਲਾ ਬਾਣਾ ਪਾ ਕੇ ਤੇ ਮਹਾਰਾਜ ਦੀ ਫੌਜ ਵਿੱਚ ਆ ਗਿਆ। ਰੋਜ਼ ਚਿੱਠੀ ਲਿਖਦਾ, ਚਿੱਠੀ ਵਿੱਚ ਲਿਖਦਾ ਵੀ ਅੱਜ ਮਹਾਰਾਜ ਇੰਨੇ ਵਜੇ ਉੱਠੇ, ਅੱਜ ਮਹਾਰਾਜ ਇੰਨੇ ਵਜੇ ਸੁੱਤੇ, ਅੱਜ ਇੰਨੇ ਵਜੇ ਭੋਜਨ ਛਕਿਆ, ਮਹਾਰਾਜ ਦੇ ਸਿੱਖ ਇੰਨੇ ਨੇ, ਇੰਨੇ ਵਜੇ ਉੱਠਦੇ ਨੇ, ਇੰਨਾ ਚਿਰ ਗੱਤਕਾ ਖੇਡਦੇ ਨੇ, ਇੰਨਾ ਚਿਰ ਅਭਿਆਸ ਕਰਦੇ ਨੇ, ਇੰਨਾ ਚਿਰ ਬਾਣੀ ਪੜ੍ਹਦੇ ਨੇ। ਦੇਵੀ ਦਾਸ ਰੋਜ਼ ਦੱਸਦਾ, ਚਿੱਠੀਆਂ ਰੋਜ਼ ਭੇਜਦਾ। ਪਰ ਸਿੱਖਾਂ ਦੇ ਜੀਵਨ ਤੋਂ ਪ੍ਰਭਾਵਿਤ ਇੰਨਾ ਹੋ ਗਿਆ, ਉਹਨਾਂ ਦੀ ਸੱਚ ਦੀ ਕਮਾਈ ਵੇਖ ਕੇ, ਉਹਨਾਂ ਨੂੰ ਨਾਮ ਜਪਦਿਆਂ ਵੇਖ ਕੇ, ਉਹਨਾਂ ਨੂੰ ਸੇਵਾ ਕਰਦਿਆਂ ਵੇਖ ਕੇ, 10ਵੇਂ ਪਾਤਸ਼ਾਹ ਮਹਾਰਾਜ ਜੀਆਂ ਦੇ ਮੁਖ ਦਾ ਜਲਾਲ ਵੇਖ ਕੇ ਪ੍ਰਭਾਵਿਤ ਇੰਨਾ ਹੋ ਗਿਆ, ਇਹਨੂੰ ਸੋਝੀ ਆ ਗਈ ਵੀ ਭੀਮ ਚੰਦ ਝੂਠਾ ਹੈ, 10ਵੇਂ ਪਾਤਸ਼ਾਹ ਸੱਚੇ ਨੇ, ਮੈਨੂੰ ਇਹਨਾਂ ਦਾ ਬਣਨਾ ਚਾਹੀਦਾ। ਤੇ ਫਿਰ ਮਨ ਵਿੱਚ ਵਿਚਾਰ ਆਈ ਵੀ ਜਿਸ ਨੇ ਮੈਨੂੰ ਭੇਜਿਆ, ਜਿਹਦਾ ਮੈਂ ਲੂਣ ਖਾਧਾ, ਇੱਕ ਵਾਰੀ ਮੈਨੂੰ ਉਹਨੂੰ ਮਿਲਣਾ ਚਾਹੀਦਾ, ਦੱਸ ਦੇਣਾ ਚਾਹੀਦਾ ਜਾ ਕੇ ਆਪ। ਅੱਜ ਦੇਵੀ ਦਾਸ ਆਪ ਤੁਰਿਆ ਅਨੰਦਪੁਰ ਸਾਹਿਬ ਤੋਂ ਤੇ ਜਾ ਕੇ ਭੀਮ ਚੰਦ ਨੂੰ ਕਹਿਣ ਲੱਗਾ ਵੀ ਅਖੀਰਲੀ ਵਾਰੀ ਮੈਂ ਤੇਰੇ ਕੋਲ ਆਇਆ, ਹੁਣ ਮੈਂ ਤੇਰੇ ਕੋਲ ਆਉਣਾ ਨਹੀਂ, ਪਰ ਤੂੰ ਗਲਤ ਹੈ, ਉਹ ਠੀਕ ਨੇ, ਉਹ ਸੱਚੇ ਨੇ, ਉਹ ਅਕਾਲ ਪੁਰਖ ਨੇ, ਪਰਮੇਸ਼ਰ ਨੇ ਖੁਦ, ਉਹਨਾਂ ਦੇ ਸਿੱਖ ਸਵਾਸ ਸਵਾਸ ਬਾਣੀ ਪੜ੍ਹਨ ਵਾਲੇ ਨੇ। ਭੀਮ ਚੰਦ ਤੂੰ ਉਹਨਾਂ ਦਾ ਵਾਲ ਵਿੰਗਾ ਨਹੀਂ ਕਰ ਸਕਦਾ, ਪਰ ਤੇਰੀ ਬਰਬਾਦੀ ਜ਼ਰੂਰ ਹੋ ਜਾਣੀ। ਛੱਡ ਦੇ ਆਪਣੀ ਜਿੱਦ, ਛੱਡ ਦੇ ਲੜਾਈ ਤੇ ਝਗੜਾ, ਪਿੱਛੇ ਹਟ ਜਾ, ਭਲਾ ਇਹਦੇ ਵਿੱਚ। ਤੇ ਜਦੋਂ ਇਹ ਗੱਲ ਆਖੀ ਨਾ ਦੇਵੀ ਦਾਸ ਨੇ, ਤੇ ਭੀਮ ਚੰਦ ਨੂੰ ਬੜਾ ਗੁੱਸਾ ਆਇਆ, ਕਹਿਣ ਲੱਗਾ ਤੂੰ ਤੇ ਵਿਕ ਗਿਆ ਦੁਸ਼ਮਣਾਂ ਦੇ ਅੱਗੇ। ਜਿਹੜਾ ਬੰਦਾ ਦੁਨੀਆ ਨੂੰ ਖਰੀਦਦਾ, ਦੂਜਿਆਂ ਨੂੰ ਖਰੀਦਦਾ, ਉਹਦੇ ਭਾਅ ਨੂੰ ਤੇ ਉਹੀ ਹੁੰਦਾ ਨਾ ਵੀ ਮੇਰੇ ਤੋਂ ਵੱਧ ਉਹਨੇ ਕੀਮਤ ਲਾਤੀ ਹੋਣੀ। ਚੋਰ ਨੂੰ ਸਾਰੇ ਚੋਰ ਦਿਸਦੇ ਨੇ, ਮਾੜੇ ਨੂੰ ਸਾਰੇ ਮਾੜੇ ਦਿਸਦੇ ਨੇ। ਭੀਮ ਚੰਦ ਨੂੰ ਇਹ ਸੀ ਵੀ ਜਿਵੇਂ ਮੈਂ ਇਹਨੂੰ ਤਨਖਾਹ ਦਿੰਦਾ, ਪੈਸੇ ਦਿੰਦਾ, ਹੋ ਸਕਦਾ ਮਹਾਰਾਜ ਨੇ ਮੇਰੇ ਤੋਂ ਵੱਧ ਦੇ ਦਿੱਤੇ ਹੋਣ ਤੇ ਤਾਂ ਉਹਨਾਂ ਦੀਆਂ ਗੱਲਾਂ ਕਰਦਾ।
ਇੰਨੀ ਛੇਤੀ ਬਦਲ ਕਿਵੇਂ ਸਕਦਾ। ਭੀਮ ਚੰਦ ਨੂੰ ਗੁੱਸਾ ਆਇਆ। ਭੀਮ ਚੰਦ ਨੇ ਉਸੇ ਵੇਲੇ ਜਲਾਦ ਬੁਲਾਏ। ਕਹਿਣ ਲੱਗਾ ਤੱਤੀਆਂ ਸਲਾਈਆਂ ਕਰਕੇ ਨਾ ਲਾਲ ਸੀਖਾਂ ਲੋਹੇ ਦੀਆਂ ਲਾਲ ਕਰਕੇ ਅੱਗ ਦੇ ਨਾਲ ਇਹਦੀਆਂ ਅੱਖਾਂ ਦੇ ਵਿੱਚ ਫੇਰ ਕੇ ਇਹਨੂੰ ਅੰਨਾ ਕਰੋ। ਇਹ ਮੇਰੇ ਦੁਸ਼ਮਣ ਦੀ ਤਾਰੀਫ ਕਰਦਾ। ਮੈਂ ਤੇ ਭੇਜਿਆ ਭੇਦ ਲੈਣ ਵਾਸਤੇ। ਇਹ ਭੇਦ ਲੈਣ ਗਿਆ ਹੀ ਉਹਨਾਂ ਦਾ ਬਣ ਗਿਆ ਤੇ ਉਹਨਾਂ ਦੀ ਤਾਰੀਫ ਮੇਰੇ ਦਰਬਾਰ ਵਿੱਚ ਕਰਦਾ। ਮੈਨੂੰ ਨਹੀਂ ਇਹ ਗੱਲ ਚੰਗੀ ਲੱਗਦੀ। ਅੱਖਾਂ ਦੇ ਵਿੱਚ ਉਹ ਸਲਾਈਆਂ ਫੇਰ ਕੇ ਪਹਾੜੀ ਤੋਂ ਥੱਲੇ ਧੱਕਾ ਦੇ ਕੇ ਰੋੜ ਦਿਓ ਜਿੱਧਰ ਨੂੰ ਜਾਂਦਾ। ਰਾਜੇ ਦਾ ਹੁਕਮ ਹੈ। ਜਲਾਦਾਂ ਨੇ ਝੱਟ ਮੰਨਿਆ। ਬੰਨ੍ਹ ਲਿਆ ਗਿਆ। ਇਹਦੇ ਹੱਥ ਬੰਨ੍ਹ ਕੇ ਪਿੱਛੇ ਪਹਾੜੀ ਦੇ ਉੱਪਰ ਖੜਾ ਕਰਕੇ ਤੱਤੀਆਂ ਸਲਾਖਾਂ ਲਿਆ ਕੇ ਤੱਤੀਆਂ ਉਹ ਲੋਹੇ ਦੇ ਰਾੜ ਛੋਟੇ ਛੋਟੇ ਸਲਾਈਆਂ ਤੱਤੀਆਂ ਲੈ ਕੇ ਲਾਲ ਕਰਕੇ ਤੇ ਜਦੋਂ ਇਹਦੀਆਂ ਅੱਖਾਂ ਵਿੱਚ ਫੇਰਨ ਲੱਗੇ ਨਾ ਦੇਵੀ ਦਾਸ ਦੇ ਤੇ ਕਹਿਣ ਲੱਗੇ ਉਸ ਵੇਲੇ 10ਵੇਂ ਪਾਤਸ਼ਾਹ ਦਾ ਧਿਆਨ ਧਾਰਿਆ। ਮਹਾਰਾਜ ਇਸ ਵੇਲੇ ਤੁਹਾਡੇ ਬਿਨਾਂ ਮੇਰੀ ਰੱਖਿਆ ਕੋਈ ਨਹੀਂ ਕਰ ਸਕਦਾ। ਮਹਾਰਾਜ ਇਹਦੇ ਕੋਲ ਨਹੀਂ। ਮਹਾਰਾਜ ਤੇ ਅਨੰਦਪੁਰ ਸਾਹਿਬ ਨੇ। ਉਹ ਭੀਮ ਸੈਨ ਦੇ ਰਾਜ ਦੇ ਵਿੱਚ ਬੱਧਾ ਹੋਇਆ। ਮਹਾਰਾਜ ਤੁਸੀਂ ਮੇਰੀ ਰੱਖਿਆ ਕਰ ਸਕਦੇ, ਤੁਹਾਡੇ ਬਿਨਾਂ ਕਰ ਨਹੀਂ ਸਕਦਾ, ਮੇਰੇ ਤੇ ਕਿਰਪਾ ਕਰੋ। ਜਦੋਂ ਇਹਨੇ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰਿਆ ਨਾ ਆਪਣੇ ਨੇਤਰਾਂ ਦੇ ਵਿੱਚ ਆਪਣੇ ਹਿਰਦੇ ਦੇ ਵਿੱਚ, ਇੱਧਰੋਂ ਜਲਾਦਾਂ ਨੇ ਕਹਿੰਦੇ ਉਹ ਸਲਾਈਆਂ ਫੇਰੀਆਂ ਤੇ ਉਹ ਸਲਾਈਆਂ ਦੇਵੀ ਦਾਸ ਦੀਆਂ ਅੱਖਾਂ ਤੇ ਨਹੀਂ, ਉਹ ਸਲਾਈਆਂ 10ਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਚਰਨਾਂ ਤੇ ਲੈ ਲਈਆਂ। ਦੇਵੀ ਦਾਸ ਦਾ ਵਾਲ ਨਹੀਂ ਵਿੰਗਾ ਹੋਇਆ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਜਲਾਦਾਂ ਨੇ ਧੱਕਾ ਦੇ ਕੇ ਪਹਾੜੀ ਤੋਂ ਥੱਲੇ ਸੁੱਟ ਦਿੱਤਾ। ਡਿੱਗਦਾ ਢਹਿੰਦਾ ਜਦੋਂ ਅਨੰਦਪੁਰ ਸਾਹਿਬ ਆਇਆ ਤੇ ਕੀ ਵੇਖਦਾ ਪਿਆ, ਮਹਾਰਾਜ ਦੇ ਚਰਨਾਂ ਤੇ ਪੱਟੀਆਂ ਬੱਧੀਆਂ ਹੋਈਆਂ। ਪੱਟੀ ਬੰਨ੍ਹਦੇ ਪਏ। ਮਾਤਾ ਗੁਜਰੀ ਜੀਆਂ ਨੇ ਪੁੱਛ ਲਿਆ। ਕਹਿਣ ਲੱਗੇ ਪੁੱਤਰ ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਮਾਸ ਸੜਦਾ ਪਿਆ, ਮਾਸ ਦੇ ਸੜਨ ਦੀ ਸਮੈਲ ਆਉਂਦੀ ਪਈ ਹੈ। ਮਾਤਾ ਜੀ ਨੇ ਪੁੱਛ ਲਿਆ। ਸਤਿਗੁਰੂ ਪੱਟੀ ਬਣਾਉਂਦੇ ਪਏ ਸਨ ਤੇ ਮਹਾਰਾਜ ਨੇ ਆਖਿਆ, ਕਹਿਣ ਲੱਗੇ ਮਾਤਾ ਜੀ ਕੋਈ ਸਿੱਖ ਸਾਡੇ ਚਰਨਾਂ ਦਾ ਧਿਆਨ ਧਰ ਕੇ ਬੈਠਾ ਸੀ, ਉਹਦੇ ਨੇਤਰਾਂ ਤੇ ਸਲਾਈਆਂ ਫਿਰ ਲੱਗੀਆਂ, ਅਸੀਂ ਆਪਣੇ ਚਰਨਾਂ ਤੇ ਲੈ ਲਈਆਂ। ਤੇ ਜਦੋਂ ਦੇਵੀ ਦਾਸ ਆਇਆ ਨਾ ਮਹਾਰਾਜ ਦੇ ਕੋਲ, ਵੇਖਦਾ ਪੱਟੀਆਂ ਬੱਧੀਆਂ ਮਹਾਰਾਜ ਨੇ ਪੈਰਾਂ ਤੇ। ਪੁੱਛਿਆ ਮਹਾਰਾਜ ਪੱਟੀਆਂ ਕਿਉਂ ਬੱਧੀਆਂ? ਤੇ ਸਤਿਗੁਰੂ ਕਹਿਣ ਲੱਗੇ ਦੇਵੀ ਦਾਸ ਤੂੰ ਆਪਣੇ ਹਿਰਦੇ ਵਿੱਚ ਸਾਡੇ ਚਰਨਾਂ ਦਾ ਧਿਆਨ ਧਾਰਿਆ ਸੀ, ਇਸ ਕਰਕੇ ਤੇਰੇ ਅੱਖਾਂ ਦੀਆਂ ਸਲਾਈਆਂ ਅਸੀਂ ਆਪਣੇ ਚਰਨਾਂ ਤੇ ਲੈ ਲਈਆਂ। ਪਰ ਜੇ ਦੇਵੀ ਦਾਸ ਤੂੰ ਕਿਤੇ ਸਾਡੇ ਚਰਨਾਂ ਦੀ ਜਗ੍ਹਾ ਦੇ ਉੱਪਰ ਜੇ ਕਿਤੇ ਸਾਡੇ ਨੇਤਰਾਂ ਦਾ ਵੀ ਧਿਆਨ ਧਾਰਨ ਕਰ ਲੈਂਦਾ ਨਾ ਤੇ ਅਸੀਂ ਤੇਰੇ ਨੇਤਰਾਂ ਦੀਆਂ ਉਹ ਤੱਤੀਆਂ ਸਲਾਈਆਂ ਆਪਣੇ ਨੇਤਰਾਂ ਤੇ ਲੈ ਲੈਣੀਆਂ ਸੀ। ਬੋਲੇ ਸੋ ਨਿਹਾਲ। ਪਰ ਤੈਨੂੰ ਤੱਤੀ ਵਾਹ ਤੱਕ ਨਹੀਂ ਸੀ ਲੱਗਣ ਦੇਣੀ। ਐਸਾ ਹੈ ਉਹ ਗੁਰੂ ਜਿਸ ਗੁਰੂ ਦੇ ਅਸੀਂ ਸਿੱਖ ਬਣੇ ਆ, ਪਰ ਸਾਨੂੰ ਉਹਦੀ ਕੀਮਤ ਬਾਰੇ ਨਹੀਂ ਪਤਾ। ਦੁਸ਼ਮਣ ਬਦਲ ਗਿਆ ਸਾਡੇ ਗੁਰੂ ਦੇ ਕੋਲ ਆ ਕੇ, ਪਰ ਅਸੀਂ ਤੇ ਗੁਰੂ ਦੇ ਦੁਸ਼ਮਣ ਬਣ ਗਏ। ਦੁਸ਼ਮਣ ਬਦਲ ਜਾਂਦਾ ਸਾਡੇ ਸਿੱਖਾਂ ਦਾ, ਸਾਡੇ ਗੁਰੂਆਂ ਦਾ ਜੀਵਨ ਵੇਖ ਕੇ, ਇਤਿਹਾਸ ਪੜ੍ਹ ਕੇ, ਪਰ ਸਾਡੇ ਸਿੱਖ ਅੱਜ ਸਾਡੇ ਧਰਮ ਦਾ ਹੀ ਦੁਸ਼ਮਣ ਬਣੇ ਹੋਏ। ਤੇ ਸਤਿਗੁਰੂ ਪਾਤਸ਼ਾਹ ਇੱਥੇ ਬਚਨ ਕਰਦੇ ਨੇ। ਕਹਿਣ ਲੱਗੇ ਹੋ ਸਕਦਾ ਕਿਤੇ ਮਾਂ ਬਾਪ ਦੀ ਪਹੁੰਚ ਖਤਮ ਹੋ ਜਾਵੇ ਤੇ ਨਾ ਮਗਰੋਂ ਪਹੁੰਚ ਸਕਣ,